ਕੀ ਲੱਗਦਾ ਸਿੱਧੂ ਮੂਸੇਵਾਲਾ ਸੱਚੋ ਇੱਕ ਬਦਲਾ ਲਿੱਤਾ ਗਿਆ ਜਾਂ ਕਿਉਂ ਮਾਰਿਆ ਗਿਆ ਸਿੱਧੂ ਮੂਸੇਵਾਲੇ ਨੂੰ? ਸਿੱਧੂ ਮੂਸੇਵਾਲਾ ਦਾ ਕੇਸ ਜਿਹੜਾ ਉਹ ਮਿਊਜ਼ਿਕ ਮਾਫੀਆ ਦਾ ਕੇਸ। ਕਈ ਇਹੋ ਜਿਹੇ ਸਿੰਗਰ ਵੀ ਜਿਹੜੇ 1 ਕਰੋੜ ਰੁਪਈਆ ਪ੍ਰੋਗਰਾਮ ਦਾ ਨਾਲ ਲਾਗੇ ਸੀ ਬਾਹਰ ਹਿੰਦੁਸਤਾਨ ਤੋਂ ਬਾਅਦ ਟੂਰ ਦਾ, ਉਹ ਘਰ ਬੈਠੇ ਰਹੇ ਹੁਣ। ਤੇ ਬੜੇ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਇੱਕ ਹਿਸਾਬ ਨਾਲ ਘਰ ਹੀ ਬੈਠੇ ਸੀ, ਉਹਨਾਂ ਦੀ ਕਮਾਈ ਆਮਦਨੀ ਬੰਦ। ਹੁਣ ਜਿਹੜੇ ਲੋਕਾਂ ਨੇ ਇਹ ਸੋਚ ਕੇ ਬੈਠੇ ਸੀ ਕਿ ਆਉਣ ਵਾਲੇ 5-7-10 ਸਾਲ ਸਾਡੇ ਉਹਨਾਂ ਦਾ ਦੁਕਾਨ ਬੰਦ ਹੋ ਗਈ। 10 ਏਕੜ ਤੋਂ 100 ਏਕੜ ਜ਼ਮੀਨ ਹੋ ਗਈ। ਕੈਨੇਡਾ 'ਚ ਘਰ ਬਣਾ ਲਿਆ, ਬ੍ਰਾਂਪਟਨ 'ਚ 7-8-9 ਕਰੋੜ ਦਾ ਘਰ ਹੈ ਉੱਥੇ। ਫਿਰ ਆਦਮੀ ਜਿਹੜਾ ਉਹ ਕ੍ਰਿਮੀਨਲ ਮਾਈਂਡਡ ਸੋਚਦਾ ਕਿ ਇਹ ਜਿਹੜੀ ਆਮਦਨੀ ਰੁਕੀ ਹੈ ਇਹਨੂੰ ਵਾਪਸ ਲਿਆਉਣ ਲਈ ਕੀ ਕਰੀਏ। ਤਾਂ ਫਲਾਨਾ ਸਿੰਗਰ ਵੱਧ ਰਿਹਾ, ਉਹਨੂੰ ਥੱਲੇ ਕਰੋ ਤੇ ਸਾਡੀ ਗੱਡੀ ਤੁਰੂਗੀ। ਇਸ ਤਰ੍ਹਾਂ ਦੇ ਕਈ ਬੰਦੇ ਇਕੱਠੇ ਹੋ ਜਾਂਦੇ ਆ ਔਰ ਉਹਨੂੰ ਅਸੀਂ ਕਹਿੰਦੇ ਹਾਂ ਜਦੋਂ ਇਕੱਠੇ ਹੋ ਕੇ ਕੁਝ ਪਲਾਨ ਕਰਦੇ ਆ ਉਹ ਮਿਊਜ਼ਿਕ ਕੰਪਨੀ ਨਾਲ ਮਿਲ ਕੇ ਕਰਦੇ ਆ। ਲੋਕੀ ਵੀ ਕਈ ਇਲਜ਼ਾਮ ਲਗਾ ਰਹੇ ਨੇ ਕਿ ਅਮਿਤ ਸ਼ਾਹ ਤੱਕ ਤਾਰ ਜੁੜੇ ਹੋਏ ਨੇ ਇਸ ਕੇਸ ਦੇ, ਕਿਉਂਕਿ ਉਹ ਭਿੰਡਰਾਂਵਾਲੇ ਨੂੰ ਕਾਫੀ ਸਪੋਰਟ ਕਰਦਾ ਸੀਗਾ ਸਿੱਧੂ ਮੂਸੇਵਾਲਾ। ਮੈਨੂੰ ਇਹ ਨਹੀਂ ਬਿਲਕੁਲ ਲੱਗਦਾ ਕਿ ਇਹਦੇ ਪਿੱਛੇ ਕੋਈ ਦੁਸ਼ਮਣੀ ਹੈ। ਅੱਜ ਤੱਕ ਇੱਕ ਵੀ ਐਗਜ਼ਾਮਪਲ ਜਾਂ ਕੋਈ ਇਹੋ ਜਿਹਾ ਪ੍ਰਮਾਣ ਸਾਹਮਣੇ ਨਹੀਂ ਆਇਆ ਜਿਹਦੇ 'ਚ ਮੂਸੇਵਾਲਾ ਦਾ ਕੋਈ ਰੋਲ ਹੋਵੇ ਬਿੱਡੂ ਖੇੜਾ ਨੂੰ ਮਾਰਨ ਜਾਂ ਮਰਵਾਉਣ 'ਚ। ਅਗਰ ਦੁਸ਼ਮਣੀ ਹੁੰਦੀ ਵੀ ਤਾਂ ਦੋਨਾਂ ਦੇ ਜਿਹੜੇ ਕਾਮਨ ਗੌਡਫਾਦਰ ਨੇ ਉਹ ਇੱਕੋ ਹੀ ਨੇ, ਉਹੀ ਕਾਂਗਰਸ ਦੇ ਲੀਡਰ, ਉਹੀ ਅਕਾਲੀਆਂ ਦੇ ਲੀਡਰ। ਇਹੋ ਜਿਹੀ ਦੁਸ਼ਮਣੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਵਾਲੇ ਇੰਨੀ ਗੱਲ ਵਧਣ ਦਿੰਦੇ। ਉਹਨਾਂ ਨੇ ਦੋਨਾਂ ਨੂੰ ਬਿਠਾ ਲੈਣਾ ਸੀ ਕਿ ਤੁਸੀਂ ਫੈਸਲਾ ਕਰੋ ਭਾਈ, ਆਪਸ ਨਾਲ ਲੜੋ। ਔਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਕੁਝ ਕਰ ਵੀ ਨਹੀਂ ਸੀ ਸਕਦੇ। ਲੈ ਦੇ ਕੇ ਗੱਲ ਇਹ ਸੀ ਕਿ ਉਸ ਬੰਦੇ ਨੇ 4-5 ਸਾਲਾਂ 'ਚ ਕੋਈ 150-200 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਗਾਣੇ 'ਤੇ। ਔਰ ਵੱਡੀ ਗੱਲ ਕਿ ਮੈਨੂੰ ਕਾਰਨ ਲੱਗਦਾ ਉਹਦੇ 'ਚੋਂ ਕਿਸੇ ਨੂੰ ਕੋਈ ਹਿੱਸਾ ਨਹੀਂ ਮਿਲਿਆ। ਔਰ ਇਹ ਜਿਹੜੇ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ, ਇਹ ਜਿਹੜੇ ਨੇ ਇਹ ਹਾਇਰਡ ਕਿਲਰਸ ਨੇ, ਇਹ ਕੰਟਰੈਕਟ ਕਿਲਰਸ ਨੇ। ਇਹਨਾਂ ਨੂੰ ਪੈਸਾ ਵੀ ਜੋ ਮਰਜ਼ੀ ਕਰਵਾ ਲਓ। ਕੋਈ ਸਾਲ ਕਹਿੰਦੇ ਰੈਕੀ ਕਰਦੇ ਰਹੇ। ਮੈਨੂੰ ਹਾਸਾ ਆਉਂਦਾ ਦੇਖ ਕੇ, ਜੇ ਇੱਕ ਬੰਦੇ ਨੂੰ ਮਾਰਨ ਲਈ 1 ਸਾਲ ਤੁਸੀਂ ਰੈਕੀ ਕਰਨੀ ਆ ਤੇ ਤੁਹਾਡਾ ਐਕੂਮੈਨ ਕੀ ਹੋਇਆ ਫਿਰ? ਤੁਹਾਡੀ ਮਤਲਬ ਕ੍ਰਾਈਮ ਕਰਨ ਦੀ ਤੁਹਾਡੀ ਐਕਸਪਰਟੀਜ਼ ਕੀ ਹੈ ਫਿਰ ਤੁਹਾਡੀ? ਸਰ ਕੀ ਕਾਨੂੰਨ ਆ ਕਿ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਜਾਵੇ ਅਤੇ ਉਸ ਦੇ ਨਾਲ ਜੋ ਕਾਰਵਾਈ ਕੀਤੀ ਜਾਵੇ ਤਾਂ ਇੰਡੀਆ ਵਿੱਚ ਕੀਤੀ ਜਾਵੇ, ਕਿਉਂਕਿ ਹੁਣ ਜੋ ਇੱਕ ਲਾਸਟ ਜਿਹੜਾ ਰਹਿ ਗਿਆ ਉਹ ਗੋਲਡੀ ਬਰਾੜ ਹੀ ਰਹਿ ਗਿਆ ਪੁਲਿਸ ਦੇ ਅੜਿੱਕੇ ਹੋਣ। ਇਨੀਸ਼ੀਅਲੀ ਪੰਜਾਬ ਪੁਲਿਸ ਕਹਿੰਦੀ ਕਿ 4 ਬੰਦੇ ਸੀ ਮਾਰਨ ਵਾਲੇ, ਫਿਰ 6 ਤੇ ਆ ਗਏ, ਫਿਰ 8 ਤੇ ਆ ਗਏ। ਹੁਣ ਅੱਜ ਕਿਸੇ ਨੇ, ਮੈਂ ਦੁਪਹਿਰ ਦਾ ਕੋਸ਼ਿਸ਼ ਕਰ ਰਿਹਾ ਕਿਤੋਂ ਕਨਫਰਮ ਕਰਨ ਦੀ, ਕਿ 10 ਬੰਦੇ ਸੀਗੇ ਮਾਰਨ ਵਾਲੇ। ਅੱਜ ਇੰਨੇ ਬੰਦੇ ਫੜੇ ਗਏ, ਕਿਸੇ ਵਾਲੇ ਦੇ ਕੇਸ 'ਚ ਇੰਨੇ ਫੜੇ ਗਏ। ਉਹ ਕੋਈ 26 ਬੰਦੇ ਹੋ ਜਾਂਦੇ ਅੱਜ ਤੱਕ ਜਿਹੜੇ ਆਲਰੇਡੀ ਪੁਲਿਸ ਨੇ ਅਰੈਸਟ ਕੀਤੇ ਹੋਏ। ਲੇਕਿਨ ਮਜ਼ੇ ਦੀ ਗੱਲ ਇਹ ਹੈ ਵੀ ਜਿਹੜੇ ਲੋਕਾਂ ਨੇ ਗੱਡੀਆਂ ਚਲਾਈਆਂ, ਜਿਹੜੇ ਸ਼ੂਟਰ ਹੁੰਦੇ ਉਹ ਗੱਡੀਆਂ ਆਪ ਨਹੀਂ ਚਲਾਉਂਦੇ। ਉਹ ਪਿੱਛੇ ਬੈਠੇ ਹੁੰਦੇ ਜਾਂ ਅੱਗੇ ਬੈਠੇ ਹੁੰਦੇ। ਗੱਡੀ ਚਲਾਉਣ ਵਾਲੇ ਹੋਰ ਹੁੰਦੇ ਆ। ਗੱਡੀ ਚਲਾਉਣ ਵਾਲਾ ਇੱਕ ਬੰਦਾ ਨਹੀਂ ਫੜਿਆ ਗਿਆ ਇੱਦਾਂ ਕਿ ਨਾ। ਜਦ ਤੱਕ ਗੱਡੀ ਚਲਾਉਣ ਵਾਲਾ ਬੰਦਾ ਨਹੀਂ ਲੱਭੂਗਾ ਤੁਹਾਨੂੰ ਅਸਲੀ ਕਹਾਣੀ ਪਤਾ ਨਹੀਂ ਲੱਗਣੀ ਕਿ ਉਹ ਕਿੱਥੋਂ ਗੱਡੀ ਲੈ ਕੇ ਆਇਆ ਸੀ, ਕਿੱਥੋਂ ਸ਼ੂਟਰ ਮੇਰੀ ਗੱਡੀ 'ਚ ਬੈਠੇ ਸੀ, ਕਿੱਥੇ ਅਸੀਂ ਗਏ ਹਾਂ, ਕਿੱਥੇ ਰੁਕੇ, ਕਿੱਥੇ ਰਾਤ ਰਹੇ ਸੀ। ਇਹ ਸਾਰੀ ਅਸਲੀ ਜਾਣਕਾਰੀ ਉਹ ਡਰਾਈਵਰਾਂ ਕੋਲ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਮਲਕੀਤ ਸਿੰਘ ਸਵਾਗਤ ਕਰਦਾ ਤੁਹਾਡਾ ਰੁਤਬਾ ਪੰਜਾਬ 'ਤੇ। ਅੱਜ ਅਸੀਂ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਨਾਲ ਲੈ ਕੇ ਆਏ ਹਾਂ, ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ। ਉਹਨਾਂ ਦਾ ਜੋ ਜ਼ਿੰਦਗੀ, ਉਹਨਾਂ ਦਾ ਜੋ ਜੀਵਨ ਆ ਉਹ ਐਡਾ ਲੰਬਾ ਕਿ ਇੱਕ ਫਿਲਮ ਨਹੀਂ, ਇੱਕ ਵੈੱਬ ਸੀਰੀਜ਼ ਬਣ ਸਕਦੀ ਹੈ ਉਹਨਾਂ ਦੀ ਲਾਈਫ ਦੇ ਉੱਤੇ। ਉਹਨਾਂ ਨੇ ਅੰਡਰਵਰਲਡ ਨੂੰ ਬੜੀ ਕਰੀਬੀ ਤੋਂ ਦੇਖਿਆ, ਬਾਲੀਵੁੱਡ ਨੂੰ ਬੜੀ ਕਰੀਬੀ ਤੋਂ ਦੇਖਿਆ। ਰਾਜੇਸ਼ ਖੰਨਾ ਤੋਂ ਲੈ ਕੇ ਧਰਮਿੰਦਰ ਤੋਂ ਲੈ ਕੇ ਸੰਜੇ ਦੱਤ ਨਾਲ ਕੁਛ ਉਹਨਾਂ ਦੇ ਇੱਦਾਂ ਦੇ ਕਿੱਸੇ ਜੁੜੇ ਨੇ ਜਿਨ੍ਹਾਂ ਨੂੰ ਸੁਣ ਕੇ ਦੇਖਦੇ ਹੀ ਰਹਿ ਜਾਂਦੇ ਨੇ ਲੋਕ। ਅਤੇ ਉਸ ਵੇਲੇ ਦਾ ਜੋ ਮੀਡੀਆ ਸੀਗਾ ਸਾਰਾ ਹੈਰਾਨ ਕਰ ਦਿੱਤਾ ਸੀਗਾ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਸੀ ਇਸ ਤਰੀਕੇ ਨਾਲ ਕੀਤੀ ਗਈ ਸੀ। ਸੋ ਸਰ, ਸਵਾਗਤ ਹੈ ਤੁਹਾਡਾ।
ਸਰ ਜਿੱਦਾਂ ਕਿ ਤੁਸੀਂ ਬਾਲੀਵੁੱਡ ਨੂੰ ਤੇ ਅੰਡਰਵਰਲਡ ਨੂੰ ਕਾਫੀ ਨਜ਼ਦੀਕੀ ਤੋਂ ਦੇਖਿਆ ਹੈ, ਹੁਣ ਪੰਜਾਬ ਦੇ ਵਿੱਚ ਜੋ ਮਾਹੌਲ ਨੇ ਕਾਫੀ ਗੈਂਗਸਟਰਵਾਦ ਵੱਧ ਰਿਹਾ ਹੈ, ਇਸ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲੇ ਕੇਸ ਨੂੰ ਕਿੱਦਾਂ ਦੇਖਦੇ ਹੋ? ਕੀ ਲੱਗਦਾ ਸਿੱਧੂ ਮੂਸੇਵਾਲਾ ਸੱਚੋ ਇੱਕ ਬਦਲਾ ਲਿੱਤਾ ਗਿਆ ਜਾਂ ਕਿਉਂ ਮਾਰਿਆ ਗਿਆ ਸਿੱਧੂ ਮੂਸੇਵਾਲੇ ਨੂੰ? ਨਹੀਂ ਦੇਖੋ, ਇਹ ਜਦੋਂ ਤੱਕ ਮੋਟਿਵ ਸਾਹਮਣੇ ਨਹੀਂ ਆਉਂਦਾ, ਇਨਵੈਸਟੀਗੇਟਰ ਸਾਡੇ ਜਿਹੜੇ ਆ ਜਦੋਂ ਤੱਕ ਇਹ ਨਹੀਂ ਦੱਸਦੇ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਪਿੱਛੇ ਮੇਨ ਕਾਰਨ ਕੀ ਸੀ। ਹਰ ਕ੍ਰਾਈਮ ਦੀ ਜੜ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਸਿਰਫ ਇੱਥੋਂ ਹੁੰਦੀ ਹੈ ਕਿ ਕਾਰਨ ਕੀ ਸੀ, ਮਾਰਿਆ ਕਿਉਂ ਗਿਆ, ਜਾਂ ਕੋਈ ਵੀ ਘਟਨਾ ਵਾਪਰੀ ਤਾਂ ਕਿਉਂ ਵਾਪਰੀ, ਉਹਨੂੰ ਅਸੀਂ ਮੋਟਿਵ ਕਹਿ ਦਿੰਦੇ ਹਾਂ। ਜਦ ਤੱਕ ਮੋਟਿਵ ਸਿੱਧ ਨਹੀਂ ਹੁੰਦਾ ਤੁਹਾਡੀ ਇਨਵੈਸਟੀਗੇਸ਼ਨ ਸਹੀ ਦਿਸ਼ਾ 'ਚ ਨਹੀਂ ਚੱਲ ਸਕਦੀ। ਸ਼ਾਇਦ ਇਹੀ ਕਾਰਨ ਹੈ ਕਿ ਅਜੇ ਤੱਕ ਮੂਸੇਵਾਲਾ ਕੇਸ ਜਿਹੜਾ ਇਹ ਕਿਸੇ ਠੋਸ ਡਾਇਰੈਕਸ਼ਨ ਵੱਲ ਨਹੀਂ ਜਾ ਰਿਹਾ, ਉਲਝਿਆ ਹੋਇਆ। ਬਹੁਤ ਸਾਰੀਆਂ ਮਿਸਅੰਡਰਸਟੈਂਡਿੰਗ, ਮਿਸ ਇਨਫੋਰਮੇਸ਼ਨ ਮੈਂ ਇਸ ਕੇਸ 'ਚ ਜਿੰਨੀ ਦੇਖੀ ਹੈ ਉਨੀ ਸ਼ਾਇਦ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਵੀ ਸੀਗੀ, ਜਾਂ ਦਿਵਿਆ ਭਾਰਤੀ ਕੇਸ 'ਚ ਵੀ ਸੀਗੀ, ਜਾਂ ਇਸੇ ਕਿਸਮ ਦੇ ਸ਼ੰਕੇ ਸਾਹਮਣੇ ਲਿਆਂਦੇ ਗਏ ਜਦੋਂ ਸ੍ਰੀ ਦੇਵੀ ਦੁਬਈ ਦੇ ਅਪਾਰਟਮੈਂਟ 'ਚ ਮਰੀ ਪਾਈ ਜਾਂਦੀ ਹੈ ਜੀ। ਕਿਉਂਕਿ ਜਦੋਂ ਤੱਕ ਮੋਟਿਵ ਸਾਹਮਣੇ ਨਹੀਂ ਆਊਗਾ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਉਹਦੇ ਪਿੱਛੇ ਕਰਨ ਵਾਲੇ ਕੌਣ ਨੇ। ਮੈਨੂੰ ਇਹ ਨਹੀਂ ਬਿਲਕੁਲ ਲੱਗਦਾ ਕਿ ਇਹਦੇ ਪਿੱਛੇ ਕੋਈ ਦੁਸ਼ਮਣੀ ਹੈ ਜੀ, ਕਿਉਂਕਿ ਦੁਸ਼ਮਣੀਆਂ ਬੜੀ ਆਮ ਜੀ ਗੱਲ ਹੈ। ਦੁਸ਼ਮਣੀ ਕੋਈ ਉਹ ਜ਼ਮਾਨਾ ਗਿਆ ਜਦੋਂ ਦੁਸ਼ਮਣੀਆਂ ਕੋਈ ਪੁਸ਼ਤ ਦਰ ਪੁਸ਼ਤ ਚੱਲਦੀਆਂ ਸੀ, ਅੱਜ ਕੱਲ੍ਹ ਉਹ ਮਾਹੌਲ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਬੰਦੇ ਦੀ ਦੁਸ਼ਮਣੀ ਕੱਢਣ ਦਾ ਇਹ ਲੋਕ ਕਰ ਰਹੇ ਨੇ, ਦਾਅਵਾ ਕਰ ਰਹੇ ਆ ਕਿ ਮਿੱਡੂ ਖੇੜੇ ਨੂੰ ਮਾਰਨ ਦਾ ਪਿੱਛੇ ਮੂਸੇਵਾਲੇ ਦਾ ਹੱਥ ਸੀ, ਅੱਜ ਤੱਕ ਇੱਕ ਵੀ ਐਗਜ਼ਾਮਪਲ ਜਾਂ ਕੋਈ ਇੱਕ ਜਾਂ ਪ੍ਰਮਾਣ ਸਾਹਮਣੇ ਨਹੀਂ ਆਇਆ ਜਿਹਦੇ 'ਚ ਮੂਸੇਵਾਲਾ ਦਾ ਕੋਈ ਰੋਲ ਹੋਵੇ ਮਿੱਡੂ ਖੇੜਾ ਨੂੰ ਮਾਰਨ ਜਾਂ ਮਰਵਾਉਣ 'ਚ, ਜਾਂ ਉਹਦਾ ਕੋਈ ਪਰਸਨਲ ਮਫਾਦ ਹੋਵੇ। ਮਿੱਡੂ ਖੇੜਾ ਨਾ ਤਾਂ ਸਿੰਗਰ ਸੀ, ਨਾ ਕੋਈ ਆਰਟਿਸਟ ਸੀਗਾ, ਉਹ ਇੱਕ ਸਟੂਡੈਂਟ ਲੀਡਰ ਟਰਨਡ ਪ੍ਰਾਪਰਟੀ ਡੀਲਰ ਕਮ ਬਿਜ਼ਨਸਮੈਨ ਸੀਗਾ। ਉਹਦਾ ਕੋਈ ਲੈਣਾ ਦੇਣਾ ਸਿੱਧੂ ਨਾਲ ਨਹੀਂ ਸੀ। ਦੂਸਰਾ, ਅਗਰ ਦੁਸ਼ਮਣੀ ਹੁੰਦੀ ਵੀ ਤਾਂ ਦੋਨਾਂ ਦੇ ਜਿਹੜੇ ਕਾਮਨ ਗੋਡਫਾਦਰ ਨੇ ਉਹ ਇੱਕੋ ਹੀ ਨੇ, ਉਹੀ ਕਾਂਗਰਸ ਦੇ ਲੀਡਰ, ਉਹੀ ਅਕਾਲੀਆਂ ਦੇ ਲੀਡਰ, ਫਿਰ ਸਰਕਾਰੀ ਅਫਸਰ ਵੀ ਉਹੀ ਨੇ। ਉਹੀ ਪੰਜਾਬ ਦਾ ਡੀਜੀ ਸਿੱਧੂ ਮੂਸੇਵਾਲਾ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ, ਘਰੇ ਆਉਣਾ ਜਾਣਾ ਸੀ, ਫੈਮਿਲੀ ਰਿਲੇਸ਼ਨ ਸੀ। ਉਹੀ ਡੀਜੀ ਮਿੱਡੂ ਖੇੜੇ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ, ਉਹਦੇ ਨਾਲ ਵੀ ਉਹਦੇ ਫੈਮਿਲੀ ਰਿਲੇਸ਼ਨ ਸੀ। ਅਤੇ ਇਸ ਤਰ੍ਹਾਂ ਦੇ ਹੋਰ ਵੀ ਬੜੇ ਸਾਰੇ ਅਫਸਰ ਹੈ ਜਿਨ੍ਹਾਂ ਨੇ ਇਹਨਾਂ ਦੇ ਨੇੜੇ ਕੰਮ ਕੀਤਾ ਹੋਇਆ, ਫੈਮਿਲੀ ਰਿਲੇਸ਼ਨਸ ਨੇ ਅਫਸਰਾਂ ਦੇ। ਇਹੋ ਜਿਹੀ ਦੁਸ਼ਮਣੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਵਾਲੇ ਇੰਨੀ ਗੱਲ ਵਧਣ ਦਿੰਦੇ। ਉਹਨਾਂ ਨੇ ਦੋਨਾਂ ਨੂੰ ਬਿਠਾ ਲੈਣਾ ਸੀ ਕਿ ਤੁਸੀਂ ਫੈਸਲਾ ਕਰੋ ਭਾਈ, ਆਪਸ ਨਾਲ ਲੜੋ, ਔਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਕੁਝ ਕਰ ਵੀ ਨਹੀਂ ਸੀ ਸਕਦੇ ਅਤੇ ਇਹ ਮਸਲਾ ਹੱਲ ਹੋ ਸਕਦਾ ਸੀ। ਔਰ ਜੇ ਹੁੰਦਾ ਤਾਂ ਹੱਲ, ਜੇ ਕਹਿੰਦੇ ਕਿ ਹੱਲ ਨਹੀਂ ਹੋਇਆ, ਦੁਸ਼ਮਣੀ ਚਾਲੂ ਰਹੀ, ਤਾਂ ਉਹ ਗੱਲ ਮੇਰੇ ਮੰਨਣ 'ਚ ਨਹੀਂ ਆਉਂਦੀ। ਅੰਡਰਵਰਲਡ 'ਚ ਵੱਡੀਆਂ ਵੱਡੀਆਂ ਜਿਹੜੀਆਂ ਹਸਤੀਆਂ ਹੋਈਆਂ ਉਹਨਾਂ ਦੇ ਆਪਸ 'ਚ ਦੁਸ਼ਮਣੀ ਸੀ, ਤਾਂ ਕਦੇ ਹਾਜੀ ਮਸਤਾਨ ਬੈਠ ਕੇ ਸਮਝਾ ਦਿੰਦਾ ਸੀ, ਕਦੇ ਜੈਨਾ ਵੀ ਬੈਠ ਕੇ ਸਮਝਾ ਦਿੰਦੀ ਸੀ, ਕਦੇ ਕਰੀਮ ਲਾਲਾ, ਦੋਨਾਂ ਨੂੰ ਬਿਠਾ ਕੇ ਫੈਸਲਾ ਕਰਾ ਦਿੰਦਾ ਸੀ, ਔਰ ਉਸ ਤੋਂ ਬਾਅਦ ਉਹਨਾਂ ਦੀ ਕਦੇ ਦੁਸ਼ਮਣੀ ਰਹੀ, ਦੋਸਤੀਆਂ ਪੈ ਜਾਂਦੀਆਂ ਸੀ। ਸੋ ਮੈਂ ਇਸ ਐਂਗਲ ਨੂੰ ਸਾਇੰਟੀਫਿਕਲੀ ਖਾਰਜ ਕਰਦਾ ਕਿ ਕੋਈ ਦੁਸ਼ਮਣੀ ਸੀ, ਦੁਸ਼ਮਣੀ ਨਹੀਂ ਸੀ। ਕੋਈ ਹੋਰ ਵੱਡਾ ਕਾਰਨ ਹੈ, ਉਹ ਕਾਰਨ ਜਿਹੜਾ ਇਹ ਖਤਮ ਕਰਨਾ ਚਾਹੁੰਦੇ ਸੀ ਉਹ ਲੋਕ ਜਿਨ੍ਹਾਂ ਨੇ ਇਹ ਸਾਜ਼ਿਸ਼ ਰਚੀ। ਕਿਉਂਕਿ ਅਗਰ ਤੁਸੀਂ ਲਾਰੈਂਸ ਬਿਸ਼ਨੋਈ ਦਾ ਕੈਰੀਅਰ ਗ੍ਰਾਫ ਦੇਖੋ ਤਾਂ ਉਹ ਵੀ ਇੱਕ ਸਟੂਡੈਂਟ ਲੀਡਰ ਤੋਂ ਖਾਦੇ ਪੀਂਦੇ ਪਰਿਵਾਰ 'ਚੋਂ ਆ ਕੇ ਉਹ ਜਿਹਨੂੰ ਕਹਿੰਦੇ ਸ਼ੌਕੀ ਜਾਂ ਬਦਮਾਸ਼ ਕਹਿੰਦੇ ਉਹ ਸੀਗਾ ਪੈਸੇ ਦੇ ਸਿਰ 'ਤੇ। ਔਰ ਉਹਦੇ ਜਿੰਨੇ ਯਾਰ ਦੋਸਤ ਸੀਗੇ ਉਹਨਾਂ 'ਚ ਇੱਕ ਹਰਿਆਣੇ ਦੀ ਚੀਫ ਮਿਨਿਸਟਰ ਦਾ ਰਿਸ਼ਤੇਦਾਰ ਸੀ, ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ, ਇੱਕ ਬਾਦਲਾਂ ਦੇ ਨੇੜੇ ਦਾ ਬੰਦਾ ਸੀ। ਇਸ ਤਰ੍ਹਾਂ ਹੀ ਬਹੁਤ ਅਮੀਰ ਖਾਨਦਾਨ ਦੇ ਲੋਕ ਉਹਦੇ ਦੋਸਤ ਸੀਗੇ ਸਟੂਡੈਂਟ 'ਚ। ਉਹਨਾਂ 'ਚ ਇੱਕ ਸਟੂਡੈਂਟ ਤਾਂ ਉਸ ਜ਼ਮਾਨੇ 'ਚ ਜੈਗੁਆਰ ਗੱਡੀ ਲੈ ਕੇ ਕਾਲਜ ਆਉਂਦਾ ਹੁੰਦਾ ਸੀ। ਇੱਕ ਉਹਨਾਂ 'ਚੋਂ ਬੰਦਾ ਜਿਹੜੀ ਹਰਭਜਨ ਸਿੰਘ ਨੇ ਵੀ ਖਰੀਦੀ ਸੀ, ਉਹ ਵੱਡੀ ਉਹ ਟੈਂਕ ਜਿਹੀ ਵਰਗੀ ਜੀਪ ਹੁੰਦੀ ਹੈ, ਬੜੀ ਮਹਿੰਗੀ ਹੁੰਦੀ ਹੈ, ਉਹ ਲੈ ਕੇ ਆਉਂਦਾ ਹੁੰਦਾ ਸੀ। ਔਰ ਜਿਹੜਾ ਇਹਨਾਂ ਨੇ ਜਲੂਸ ਕੱਢਦੇ ਸੀ ਇਲੈਕਸ਼ਨ ਦੇ ਟਾਈਮ 'ਤੇ ਉਹਦੇ 'ਤੇ
40 45 ਇੰਪੋਰਟਡ ਗੱਡੀਆਂ ਹੁੰਦੀਆਂ ਸੀ। ਮਰਸਡੀਜ਼, ਜੈਗੁਆਰ, ਆਡੀ, ਕੋਈ ਇਹੋ ਜਿਹੀ ਕਾਰ ਨਹੀਂ ਜਿਹੜੀ ਉਸ ਜਲੂਸ 'ਚ ਨਹੀਂ ਸੀ ਹੁੰਦੀ ਪ੍ਰੋਸੈਸ਼ਨ। ਸੋ ਇਹ ਇਹਨਾਂ ਦਾ ਇਹਨੂੰ ਅਸੀਂ ਕਹਿ ਸਕਦੇ ਹਾਂ ਅਮੀਰ ਮਾਂ ਬਾਪ ਦੇ ਵਿਗੜੇ ਹੋਏ ਨਿਆਣੇ। ਇਹ ਮਤਲਬ ਸ਼ੌਕੀਆ ਦਾਤੇਗਿਰੀ ਸ਼ੁਰੂ ਕੀਤੀ ਔਰ ਉਹ 'ਚੋਂ ਧੱਸਦੇ ਅੰਦਰ ਚਲੇ ਗਏ। ਹੁਣ ਉਹ ਜਿੱਥੇ ਪਹੁੰਚੇ ਹੈ ਉੱਥੇ ਆਪਣੀ ਉਹ ਕੁਰਸੀ ਬਚਾਏ ਰੱਖਣ ਲਈ, ਦਾਦਾਗਿਰੀ ਕਾਇਮ ਰੱਖਣ ਲਈ ਉਹ ਫਿਰ ਅੱਗੇ ਜਿਹੜਾ ਕ੍ਰਾਈਮ ਉਹ ਵੱਧਦਾ ਜਾਂਦਾ। ਇਸ ਕਰਕੇ ਕਹਿਣਾ ਵੀ ਇਹਨੂੰ ਦੁਸ਼ਮਣੀ ਕਰਕੇ ਮਾਰਤਾ, ਉਹ ਦੁਸ਼ਮਣੀ ਰੱਖਦੇ, ਉਹ ਤਾਂ ਪੈਸੇ ਪਿੱਛੇ ਦੋਸਤੀਆਂ ਪਾ ਲੈਂਦੇ। ਮੈਨੂੰ ਲੱਗਦਾ ਕਿਸੇ ਵੱਡੇ ਲੈਵਲ 'ਤੇ ਕੋਈ ਪੈਸੇ ਦੀ ਡੀਲ ਹੋ ਰਹੀ ਹੈ। ਜਿਸ ਤੋਂ ਥੋੜ੍ਹਾ ਜਿਹਾ ਇਸ਼ਾਰਾ ਗੋਲਡੀ ਬਰਾੜ ਨੇ ਇੱਕ ਆਡੀਓ 'ਚ ਕੀਤਾ ਸੀ। ਉਹ ਕਹਿੰਦਾ ਕਿ 2 ਕਰੋੜ ਰੁਪਈਆ ਸਿੱਧੂ ਮੂਸੇਵਾਲਾ ਮੈਨੂੰ ਦੇਣ ਨੂੰ ਤਿਆਰ ਸੀ ਕਿ ਮੇਰੀ ਜਾਨ ਬਖਸ਼ੋ। ਇਹਦੇ 'ਚ ਕੋਈ ਸੱਚਾਈ ਨਹੀਂ ਹੈ, ਕਿਉਂਕਿ ਮੂਸੇਵਾਲਾ ਨੇ ਮੈਂ ਜਿੰਨੇ ਉਹਦੀਆਂ ਕੁਛ ਮੈਂ ਪਹਿਲਾਂ ਕਦੇ ਸੁਣਿਆ ਨਹੀਂ ਸੀ ਉਹਨੂੰ, ਉਹਦੀ ਇਸ ਘਟਨਾ ਤੋਂ ਬਾਅਦ ਮੈਂ ਉਹਦੇ ਕੁਛ ਜਿਹੜੇ ਪ੍ਰੋਗਰਾਮ ਰਿਕਾਰਡਡ ਜਿਹੜੇ ਦਿਖਾਏ ਜਾ ਰਹੇ ਆ ਸੋਸ਼ਲ ਮੀਡੀਆ 'ਤੇ, ਉਹ ਮੈਂ ਕੁਝ ਦੇਖੇ ਬੜੇ ਧਿਆਨ ਨਾਲ। ਉਹਦੀ ਬਾਡੀ ਲੈਂਗੁਏਜ ਸਟੱਡੀ ਕੀਤੀ, ਉਹਦੀ ਲੈਂਗੁਏਜ ਸਟੱਡੀ ਕੀਤੀ, ਕਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕਰਦਾ ਸੀ, ਅਤੇ ਉਹਦੇ ਜੈਸਚਰ ਮੈਂ ਨੋਟ ਕੀਤੇ। ਜੈਸਚਰ ਕੀ ਕਰਦਾ ਸੀ, ਉਹਦੇ ਤੋਂ ਇਹ ਲੱਗਦਾ ਕਿ ਉਹ ਬੰਦਾ ਓਵਰ ਕੌਨਫੀਡੈਂਟ ਸੀਗਾ। ਉਹਨੂੰ ਆਪਣੀ ਜਿਹੜੀ ਮਿਡਲ ਕਲਾਸ ਲਾਈਫ ਹੁੰਦੀ ਆ ਉਹਦੇ 'ਤੇ ਮਾਣ ਸੀ ਜੀ। ਔਰ ਥੋੜ੍ਹਾ ਜਿਹਾ ਜਿਹੜੇ ਉਹਨੇ 4 ਪੈਸੇ ਕਮਾ ਲਏ ਸੀ, ਉਹਦੀ ਇੱਕ ਆਕੜ ਵੀ ਸੀਗੀ ਉਹਦੇ 'ਚ, ਜਿਹੜੀ ਆਪਾਂ ਜਿਹਨੂੰ ਜੱਟਵਾਦ ਵੀ ਕਹਿ ਦਿੰਦੇ ਆਪਾਂ। ਇੱਕ ਜੱਟ ਹੋਣ ਦਾ ਬੜਾ ਮਾਣ ਸੀ ਉਹਨੂੰ। ਹਥਿਆਰਾਂ ਦਾ ਸ਼ੌਂਕ ਉਹਦੇ ਇਲਾਕੇ 'ਚ ਹੀ ਸਾਰਿਆਂ ਨੂੰ ਬਹੁਤ ਹੈ। ਉਹ 'ਚ ਇਕੱਲੇ ਸਿੱਧੂ ਮੂਸੇਵਾਲੇ ਦਾ ਦੋਸ਼ ਨਹੀਂ। ਉਹ ਜਦੋਂ ਗੱਲ ਕਰਦਾ ਕਿ ਕਾਨਪੁਰੋਂ ਅਸਲਾ ਮੰਗਾਇਆ ਜਾਂ ਜੱਟ ਜਿਹੜੇ ਆ ਉਹ ਮਾਰਨ ਤੋਂ ਪਹਿਲਾਂ ਬੰਦਾ ਪਹਿਲਾਂ ਮਾਰਦੇ ਆ ਅਤੇ ਕਸੂਰ ਬਾਅਦ 'ਚ ਪੁੱਛਦੇ ਆ। ਇਹ ਪੁਰਾਣੀਆਂ ਰਵਾਇਤਾਂ ਨੇ ਉਸ ਇਲਾਕੇ ਦੀਆਂ। ਇੱਕ ਘਰ 'ਚ 4 5 ਹਥਿਆਰ ਅੱਜ ਵੀ ਬਠਿੰਡੇ ਜ਼ਿਲ੍ਹੇ 'ਚ 5 10 ਏਕੜ ਜ਼ਮੀਨ ਵਾਲੇ ਬੰਦਿਆਂ ਨੇ ਰੱਖੇ ਹੋਏ ਆ। ਸੋ ਉਹਨੂੰ ਕੋਈ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ। ਉਹ ਦੂਸਰੀ ਗੱਲ ਇਹ ਹੈ ਕਿ ਮੂਸੇਵਾਲਾ ਕੁਛ ਵੀ ਸੀ, ਉਹ ਮਾਰਕੀਟ ਸਟ੍ਰੈਟੇਜਿਸਟ ਬਹੁਤ ਵੱਡਾ ਸੀ। ਉਹਨੂੰ ਇਹ ਪਤਾ ਸੀ ਕਿ ਚੀਜ਼ ਵਿਕਦੀ ਕੀ ਹੈ। ਸ਼ਾਇਦ ਇਹ ਜਿਹੜਾ ਗੁਣ ਹੈ, ਜਿਹੜਾ ਸ਼ਾਇਦ ਉਹਦੇ ਲਈ ਕੌਗੜ ਵੀ ਬਣ ਗਿਆ ਬਹੁਤ ਤੋਬਾ। ਇਹ ਉਹਨੇ ਸ਼ਾਇਦ ਕੈਨੇਡਾ ਰਹਿ ਕੇ ਸਿੱਖਿਆ ਹੋਣਾ ਕਿ ਮਾਰਕੀਟ 'ਚ ਉਹ ਚੀਜ਼ ਲਿਆਓ ਜਿਹੜੀ ਵਿਕਦੀ ਹੋਵੇ। ਇਹ ਮਾਰਕੀਟਿੰਗ ਸਟ੍ਰੈਟਜੀ ਹੁੰਦੀ ਹੈ। ਅਤੇ ਉਹਨੇ ਇਹੋ ਜਿਹੇ ਗਾਣੇ ਬਣਾਏ, ਇਹੋ ਜਿਹੇ ਗਾਣੇ ਲਿਖੇ ਜਿਹੜੇ ਲੋਕ ਲੈਪ ਕਰ ਲੈਂਦੇ ਸੀ, ਇਮੀਡੀਏਟਲੀ ਫੜ ਲੈਂਦੇ ਸੀ। ਦੂਜੀ ਜਿਹੜੀ ਮੈਂ ਸ਼ਬਦਾਵਲੀ ਦੀ ਗੱਲ ਕੀਤੀ ਆ, ਉਹਨੇ ਉਹ ਰੱਖੀ ਜਿਹੜੀ ਆਮ ਲੋਕਾਂ ਨੂੰ ਸਮਝ ਆਵੇ। ਹਲ ਨਾਲ ਵਾਹੀ ਹੋਈ ਜ਼ਮੀਨ 'ਚ ਸੁਹਾਗਾ ਨਹੀਂ ਸੀ ਫਿਰਿਆ ਹੋਇਆ, ਅਤੇ ਇੰਨੀ ਇੱਕ ਮਤਲਬ ਥੋੜ੍ਹੀ ਜਿਹੀ ਅੱਖੜ ਜ਼ਬਾਨ ਸੀਗੀ, ਅਤੇ ਉਹ ਲੋਕਾਂ ਨੂੰ ਪਸੰਦ ਆਉਂਦੀ ਆ। ਔਰ ਉਹਦੇ ਜਿਹੜੇ ਜ਼ਿਆਦਾ ਚਾਹੁਣ ਵਾਲੇ ਆ ਉਹ ਵੀ ਉਸੇ ਕਿਸਮ ਦੀ ਮਾਨਸਿਕਤਾ ਦੇ ਲੋਕ ਨੇ ਜ਼ਿਆਦਾ। ਤੁਸੀਂ ਮਤਲਬ ਜਿਹੜੇ ਪ੍ਰੋਫੈਸ਼ਨਲਸ ਆ, ਡਾਕਟਰ, ਇੰਜੀਨੀਅਰ, IIT ਦੇ ਸਟੂਡੈਂਟ ਜਾਂ ਟੈਕਨੀਕਲ IT, ਉਹ ਇਹਦੇ ਸ਼ਰਧਾਲੂ ਘੱਟ ਸੀਗੇ। ਅਤੇ ਪਿੰਡਾਂ ਦੇ ਲੋਕ ਜ਼ਿਆਦਾ, ਅਤੇ ਲੋਅਰ ਮਿਡਲ ਕਲਾਸ ਦੇ ਲੋਕ ਜ਼ਿਆਦਾ, ਜਿਨ੍ਹਾਂ ਦੀਆਂ ਹਾਲਾਤ ਉਹੋ ਜਿਹੇ ਸੀਗੇ। ਇਹ ਇੱਕ ਮਾਰਕੀਟਿੰਗ ਸਟ੍ਰੈਟਜੀ ਸ਼ਾਇਦ ਸਿੱਧੂ ਨੇ ਖੁਦ ਇਜਾਦ ਕੀਤੀ। ਮੈਨੂੰ ਲੱਗਦਾ ਇਹੋ ਜਿਹੀ ਸਲਾਹ ਕੋਈ ਦੇ ਨਹੀਂ ਸਕਦਾ, ਅਤੇ ਜੋ ਕਿ ਇਹੋ ਜਿਹੀ ਸਲਾਹ ਦਊਗਾ ਵੀ ਉਹਨੂੰ ਸ਼ਬਦਾਂ 'ਚ ਢਾਲਣਾ ਬੜਾ ਔਖਾ ਹੁੰਦਾ। ਜਦ ਤੱਕ ਬੰਦੇ ਦੇ ਆਪਣੇ ਦਿਲ 'ਚ ਨਾ ਹੋਵੇ ਮੈਂ ਕੀ ਵੇਚਣਾ ਚਾਹੁੰਦਾ, ਕੀ ਲਿਖਣਾ ਚਾਹੁੰਦਾ, ਉਹ ਲਿਖ ਨਹੀਂ ਸਕਦਾ। ਫਿਰ ਪੰਗੇ ਲੈਣ ਦੀ ਇੱਕ ਆਦਤ ਇਹ ਹਰ ਹਿਊਮਨ ਬੀਇੰਗ 'ਚ ਹੁੰਦੀ ਹੈ। ਇਹ ਇਕੱਲੇ ਸਿੱਧੂ ਦਾ ਕਸੂਰ ਨਹੀਂ ਹੈ। ਜੇ ਕਿਸੇ ਨੂੰ ਕੁਝ ਕਹਿ ਵੀ ਦਿੱਤਾ ਮਾੜੀ ਮੋਟੀ ਗੱਲ, ਉਹਨੂੰ ਅਣਗੌਲਿਆਂ ਕਰ ਦੇਣਾ ਚਾਹੀਦਾ। ਖਾਸ ਤੌਰ 'ਤੇ ਵੈਨ ਯੂ ਹੈਵ ਅ ਸੋਸ਼ਲ ਸਟੇਟਸ, ਤੁਹਾਨੂੰ ਕਰੋੜਾਂ ਲੋਕ ਸੁਣਦੇ ਆ, ਤੁਹਾਡਾ ਸਮਾਜ 'ਚ ਇੱਕ ਨਾਂ ਹੈ। ਕਿਸੇ ਨੇ ਕੁਝ ਕਹਿਤਾ ਸਿੱਧੂ ਬਾਰੇ ਤਾਂ ਉਹਦਾ ਜਵਾਬ ਆਪਣੇ ਗਾਣੇ 'ਚ ਬੜੇ ਤਰੀਕੇ ਨਾਲ ਨਾਂ ਲੈ ਕੇ, ਜਾਂ ਉਹਦੇ ਪਿੰਡ ਦਾ ਨਾਂ ਲੈ ਕੇ, ਜਾਂ ਹਾਊਸਿੰਗ ਸੁਸਾਇਟੀ ਦਾ ਨਾਂ ਲੈ ਕੇ ਉਹ ਜਵਾਬ ਦੇ ਦਿੰਦਾ ਹੁੰਦਾ ਸੀ। ਲੇਕਿਨ ਮੈਂ ਜਦੋਂ ਉਹ ਸੁਣਦਾ ਉਹਦੇ ਗਾਣੇ ਜਿਹੜੇ ਹੁਣ ਸੁਣੇ ਮੈਂ ਪਿਛਲੇ ਦਿਨਾਂ 'ਚ, ਉਹੀ ਗਾਣੇ ਉਹਦੇ ਜ਼ਿਆਦਾ ਹਿੱਟ ਹੋਏ ਜਿਹਦੇ 'ਚ ਉਹਨੇ ਲੋਕਾਂ ਨੂੰ ਟਕੋਰਾਂ ਕੀਤੀਆਂ ਹੋਈਆਂ। ਅਤੇ ਸ਼ਾਇਦ ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟਜੀ ਸੀ ਜੀ। ਲੈ ਦੇ ਕੇ ਗੱਲ ਇਹ ਸੀ ਕਿ ਉਸ ਬੰਦੇ ਨੇ 4-5 ਸਾਲਾਂ 'ਚ ਕੋਈ 150-200 ਕਰੋੜ ਰੁਪਏ ਦਾ
ਬਿਜ਼ਨਸ ਕਰ ਲਿਆ ਗਾਣੇ ਦੇ ਥਰੂ। ਔਰ ਵੱਡੀ ਗੱਲ ਜੋ ਮੈਨੂੰ ਕਾਰਨ ਲੱਗਦਾ, ਉਹਦੇ 'ਚੋਂ ਕਿਸੇ ਨੂੰ ਕੋਈ ਹਿੱਸਾ ਨਹੀਂ ਮਿਲਿਆ। ਅਦਰਵਾਈਜ਼ ਜਿਹੜੀਆਂ ਮਿਊਜ਼ਿਕ ਕੰਪਨੀਜ਼ ਹੁੰਦੀਆਂ ਉਹ ਇੱਕ ਸਿੰਗਰ ਨਾਲ ਕੰਟਰੈਕਟ ਕਰ ਲੈਂਦੀਆਂ। ਉਹ ਕਈ ਵਾਰੀ ਅਨਲਿਮਿਟਿਡ ਪੀਰੀਅਡ ਦਾ ਹੁੰਦਾ, ਕਈ ਵਾਰੀ ਲਿਮਿਟਿਡ ਪੀਰੀਅਡ ਦਾ ਹੁੰਦਾ। ਜਿਵੇਂ ਜਗਜੀਤ ਸਿੰਘ ਨਾਲ HMV ਦਾ ਕੰਟਰੈਕਟ ਸੀ, ਗਜ਼ਲ ਸਿੰਗਰ ਜਿਹੜੇ। ਇਸ ਤਰ੍ਹਾਂ ਬਹੁਤ ਸਾਰੇ ਸਿੰਗਰ ਤਾਂ ਕਿੱਦਾਂ ਸਾਰੇ ਗਾਮਾ ਪਾ ਨਾਲ ਹੈ, ਕਿਸੇ ਦਾ ਟੀ ਸੀਰੀਜ਼ ਨਾਲ ਹੈ, ਕਿਸੇ ਦਾ ਕਿਸੇ ਹੋਰ ਇਹੋ ਜਿਹੀਆਂ ਜਿਹੜੀਆਂ ਮਿਊਜ਼ਿਕ ਕੰਪਨੀਜ਼ ਨੇ ਉਹਨਾਂ ਨਾਲ ਕੰਟਰੈਕਟ ਹੁੰਦਾ। ਉਹਦੇ 'ਚ ਕੀ ਹੁੰਦਾ ਕਿ ਤੁਹਾਨੂੰ ਕੰਪਨੀ ਇੱਕ ਲੰਪ ਸਮ ਅਮਾਊਂਟ ਦਿੰਦੀ ਹੈ ਸਾਲ ਦਾ, ਤੁਹਾਨੂੰ ਸਾਲ 'ਚ ਅਸੀਂ 5 ਕਰੋੜ ਦਿਆਂਗੇ ਜਾਂ 10 ਕਰੋੜ ਦਿਆਂਗੇ, ਜੋ ਵੀ ਉਹਨਾਂ ਦਾ ਐਗਰੀਮੈਂਟ ਆ, ਅਤੇ ਨਾਲ ਇੰਨੇ % ਕਮਿਸ਼ਨ ਤੁਹਾਨੂੰ ਮਿਲਿਆ ਕਰੂਗਾ। ਉਸ ਤੋਂ ਇਲਾਵਾ ਜਿੰਨੀ ਆਮਦਨ ਹੋਈ ਜਾਂ ਨੁਕਸਾਨ ਹੋਇਆ ਉਹ ਸਾਡਾ। ਅਤੇ ਉਹਦੇ 'ਚ ਮਿਊਜ਼ਿਕ ਕੰਪਨੀਜ਼ ਕੀ ਕਰਦੀਆਂ ਸੀ, ਉਹ ਸੈਂਕੜੇ ਕਰੋੜ ਰੁਪਏ ਕਮਾ ਲੈਂਦੀਆਂ ਸੀ, ਅਤੇ ਸਿੰਗਰ ਨੂੰ ਔਰ ਕਲਾਕਾਰਾਂ ਨੂੰ ਓਨੀ ਹੀ ਮਿਲਦੀ ਸੀ ਜਿੰਨੇ ਦਾ ਕੰਟਰੈਕਟ ਹੁੰਦਾ ਸੀ। ਹੁਣ ਮੂਸੇਵਾਲੇ ਦੇ ਕੇਸ 'ਚ ਇਹ ਅੱਜ ਦੇ ਦਿਨ 'ਚ ਸਭ ਤੋਂ ਵੱਡਾ ਸਟਾਰ ਸੀ। ਉਹਦੇ ਨਾਲ ਜੁੜੀ ਹੋਈ ਗੱਲ ਇਹ ਵੀ ਹੈ ਕਿ ਉਦੋਂ ਪਹਿਲਾਂ ਜਿਹੜੇ ਬੰਦੇ ਸੀਗੇ ਉਹ ਜਾਂ ਤਾਂ ਉਹਨਾਂ ਨੇ ਗਾਣਾ ਗੁਣਾ ਛੱਡਤਾ ਜਾਂ ਟਾਈਮ ਪਾਸ ਕਰ ਰਹੇ ਸੀਗੇ, ਅਤੇ ਜਾਂ ਹਿੱਟ ਨਹੀਂ ਸੀ ਹੋ ਰਹੇ, ਫਲੋਪ ਨਹੀਂ ਲੇਕਿਨ ਹਿੱਟ ਨਹੀਂ ਸੀ ਹੋ ਰਹੇ। ਇਹ 'ਚ ਬੜੇ ਸਾਰੇ ਸਿੰਗਰ ਨਾਂ ਲੈਣ ਦੀ ਲੋੜ ਨਹੀਂ ਕਿਸੇ ਦਾ, ਜਿਹੜੇ ਪਹਿਲਾਂ ਮਤਲਬ ਕਈ ਇਹੋ ਜਿਹੇ ਸਿੰਗਰ ਵੀ ਜਿਹੜੇ 1-1 ਕਰੋੜ ਰੁਪਈਆ ਪ੍ਰੋਗਰਾਮ ਦਾ ਨਾਲ ਲਾਗੇ ਸੀ ਬਾਹਰ ਹਿੰਦੁਸਤਾਨ ਤੋਂ ਬਾਹਰ ਟੂਰ ਦਾ, ਉਹ ਘਰ ਬੈਠੇ ਰਹੇ। ਹੁਣ ਕੁਝ ਕਰੋਨਾ ਕਰਕੇ ਕਹਿ ਲਓ, ਔਰ ਕੁਛ ਉਹਨਾਂ ਦੀ ਡਿਮਾਂਡ ਨਾ ਹੋਣ ਕਰਕੇ ਕਹਿ ਲਓ। ਜਦੋਂ ਡਿਮਾਂਡ ਨਹੀਂ ਰਹਿੰਦੀ ਫਿਰ ਰੇਟ ਵੀ ਘੱਟ ਜਾਂਦਾ। ਅਤੇ ਬੜੇ ਸਾਰੇ ਲੋਕ ਇਹੋ ਜਿਹੇ ਸੀ ਜਿਹੜੇ ਇੱਕ ਹਿਸਾਬ ਨਾਲ ਘਰ ਹੀ ਬੈਠੇ ਸੀ, ਅਤੇ ਉਹਨਾਂ ਦੀ ਕਮਾਈ ਆਮਦਨੀ ਬੰਦ। ਹੁਣ ਜਿਹੜੇ ਲੋਕਾਂ ਨੇ ਇਹ ਸੋਚ ਕੇ ਬੈਠੇ ਸੀ ਕਿ ਆਉਣ ਵਾਲੇ 5-7-10 ਸਾਲ ਸਾਡੇ ਹੈ, ਉਹਨਾਂ ਦਾ ਦੁਕਾਨ ਬੰਦ ਹੋ ਗਈ। ਦੁਕਾਨ ਬੰਦ ਹੋਣ ਦਾ ਫਰਕ ਇਹ ਹੁੰਦਾ ਕਿ ਜੋ ਤੁਹਾਡੇ ਕੋਲ 4 ਪੈਸੇ ਆਉਂਦੇ ਆ, ਤੁਹਾਡਾ ਸਟੈਂਡਰਡ ਲਾਈਫ ਤਾਂ ਤੁਸੀਂ ਉਹੋ ਜਿਹਾ ਬਣਾ ਲੈਂਦੇ ਹੋ। ਇੱਕ ਵੱਡੀ ਸਾਰੀ ਕੋਠੀ 15-20 ਕਰੋੜ ਦੀ ਕੋਠੀ ਲੈਣੀ, ਵੱਡੀਆਂ ਵੱਡੀਆਂ ਕਾਰਾਂ ਲੈਣੀਆਂ, 10-12 ਨੌਕਰ ਰੱਖ ਲਏ, ਡਰਾਈਵਰ ਰੱਖ ਲਏ, ਬਾਊਂਸਰ ਰੱਖ ਲਏ, 3-4 ਗਰਲਫਰੈਂਡ ਰੱਖ ਲਈਆਂ, 2 ਵਿਆਹ ਕਰਾ ਲਏ। ਇਹ ਸਾਰੇ ਸ਼ੌਂਕ ਇਹ ਲੋਕ ਕਰਦੇ ਆ ਜਿਹੜੇ ਹਾਈ ਸੁਸਾਇਟੀ 'ਚ ਆ ਜਾਂਦੇ ਆ। ਉਹਦੇ ਨਾਲ ਜਿਹੜਾ ਤੁਹਾਡਾ ਨੋਰਮਲੀ ਖਰਚ ਕਰੋ 2 ਲੱਖ ਰੁਪਏ ਮਹੀਨੇ ਦਾ ਸੀ, ਉਹ 25-30 ਲੱਖ ਰੁਪਏ ਮਹੀਨੇ ਦਾ ਖਰਚਾ ਹੀ ਹੋ ਜਾਂਦਾ। ਫਿਰ ਇਨਕਮ ਟੈਕਸ ਤੋਂ ਬਚਣ ਲਈ ਇਹ ਲੋਕ ਲੋਨ ਲੈ ਲੈਂਦੇ ਆ ਬੈਂਕਾਂ ਤੋਂ। ਹੁਣ ਤੁਸੀਂ ਅਗਰ 1 ਕਰੋੜ ਦਾ ਲੋਨ ਵੀ ਲਿਆ ਅਤੇ ਤੁਹਾਨੂੰ ਹਰ ਮਹੀਨੇ 1 ਲੱਖ ਰੁਪਈਆ ਉਹਦੀ ਕਿਸ਼ਤ ਦੇਣੀ ਪੈਂਦੀ ਆ, ਔਨ ਐਨ ਐਵਰੇਜ ਪੈਂਦੀ ਹੈ। ਅਤੇ ਜਿੰਨੇ ਦਾ ਲੋਨ ਲੈਂਦੇ ਹੋ ਉਸ ਤੋਂ ਡਬਲ ਤਕਰੀਬਨ ਤੁਹਾਨੂੰ, ਅਗਰ 10 ਸਾਲ ਦਾ 12 ਸਾਲ ਦਾ ਲੋਨ ਵੀ ਲੈਂਦੇ ਹੋ ਤਾਂ ਡਬਲ ਵਾਪਸ ਕਰਨਾ ਪੈਂਦਾ। ਹੁਣ ਜਦੋਂ ਆਮਦਨ ਹੁੰਦੀ ਨਹੀਂ, ਪਹਿਲਾਂ ਖਰਚ ਵਧਾ ਲੈਂਦੇ ਆ, ਕਿਸ਼ਤਾਂ ਭਰਨੀਆਂ, ਕਾਰ ਦੀਆਂ ਕਿਸ਼ਤਾਂ, ਘਰ ਦੀਆਂ ਕਿਸ਼ਤਾਂ, ਉਹ ਫਿਰ ਜਦੋਂ ਵਾਪਸ ਨਹੀਂ ਹੁੰਦੀਆਂ ਫਿਰ ਤਕਲੀਫ 'ਚ ਆਉਂਦੇ। ਫਿਰ ਆਦਮੀ ਜਿਹੜਾ ਉਹ ਕ੍ਰਿਮੀਨਲ ਮਾਈਂਡਡ ਸੋਚਦਾ ਕਿ ਇਹ ਜਿਹੜੀ ਆਮਦਨੀ ਰੁਕੀ ਹੈ ਇਹਨੂੰ ਵਾਪਸ ਲਿਆਉਣ ਲਈ ਕੀ ਕਰੀਏ। ਅੱਛਾ ਫਲਾਨਾ ਸਿੰਗਰ ਵੱਧ ਰਿਹਾ, ਉਹਨੂੰ ਥੱਲੇ ਕਰੋ ਅਤੇ ਸਾਡੀ ਗੱਡੀ ਤੁਰੂਗੀ। ਤਾਂ ਇਸ ਤਰ੍ਹਾਂ ਦੇ ਕਈ ਬੰਦੇ ਇਕੱਠੇ ਹੋ ਜਾਂਦੇ ਆ, ਔਰ ਉਹਨੂੰ ਅਸੀਂ ਕਹਿੰਦੇ ਹਾਂ ਜਦੋਂ ਇਕੱਠੇ ਹੋ ਕੇ ਕੁਝ ਪਲਾਨ ਕਰਦੇ ਆ, ਉਹ ਮਿਊਜ਼ਿਕ ਕੰਪਨੀ ਨਾਲ ਮਿਲ ਕੇ ਕਰਦੇ ਆ, ਕਿਉਂਕਿ ਆਪ ਤੋਂ ਡਾਇਰੈਕਟ ਅੱਗੇ ਆ ਨਹੀਂ ਸਕਦੇ। ਫਿਰ ਉਹ ਕੰਪਨੀਜ਼ ਨੂੰ ਅੱਗੇ ਲਾਉਂਦੇ ਆ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਫਿਲਮ ਇੰਡਸਟਰੀ, ਗੁਲਸ਼ਨ ਕੁਮਾਰ ਦਾ ਮਰਡਰ, ਉਦੋਂ ਪਹਿਲਾਂ ਮੁਕੇਸ਼ ਦੁੱਗਲ ਦਾ ਮਰਡਰ ਜਿਹੜਾ ਅੰਡਰਵਰਲਡ ਨੇ ਕੀਤਾ। ਇਸੇ ਤਰ੍ਹਾਂ ਜਾਵੇਦ ਅਖਤਰ। ਹੁਣ ਜਾਵੇਦ ਅਖਤਰ ਇੰਨਾ ਖੂਬਸੂਰਤ ਰਾਈਟਰ ਫਿਲਮ ਇੰਡਸਟਰੀ ਦਾ ਹੋਇਆ, ਡਾਇਲੌਗ ਰਾਈਟਰ ਵੀ, ਪੋਇਟ ਵੀ, ਹਿੱਟ ਗਾਣੇ ਲਿਖੇ। ਪਰ ਜਦੋਂ ਉਸ ਬੰਦੇ ਨੇ ਰਾਇਲਟੀ ਦੇ ਇਸ਼ੂ 'ਤੇ ਕਲਾਕਾਰਾਂ ਦਾ ਸਾਥ ਦਿੱਤਾ, ਰਾਈਟਰ ਦਾ ਸਾਥ ਦਿੱਤਾ, ਸੁਪਰੀਮ ਕੋਰਟ ਤੱਕ ਕੇਸ ਲੜਿਆ ਔਰ ਸਾਰੇ ਸੌਂਗ ਰਾਈਟਰਸ ਨੂੰ ਰਾਇਲਟੀ ਦਵਾਈ, ਉਦੋਂ ਬਾਅਦ ਉਹ ਬੰਦਾ ਫਿਲਮ ਇੰਡਸਟਰੀ ਤੋਂ ਆਊਟ ਹੋ ਗਿਆ। ਉਹਨੂੰ ਅੱਜ ਕੋਈ ਤੋਂ ਗੀਤ ਨਹੀਂ ਲਿਖਾਉਂਦਾ, ਉਹ ਤੋਂ ਕੋਈ ਡਾਇਲਾਗ ਨਹੀਂ ਲਿਖਾਉਂਦਾ, ਉਹ ਤੋਂ ਕੋਈ ਸਕ੍ਰਿਪਟ ਨਹੀਂ ਲਿਖਾਉਂਦਾ, ਸਕਰੀਨ ਪਲੇ ਨਹੀਂ ਲਿਖਾਉਂਦਾ। ਉਹ ਬੰਦਾ ਵਿਚਾਰਾ ਜੂਹੂ ਬੀਚ 'ਤੇ ਸੋਟੀ ਫੜ ਕੇ ਸੈਰ ਕਰਦਾ ਹੁੰਦਾ, ਕੋਈ ਨਹੀਂ ਪੁੱਛਦਾ। ਇਸ ਤਰ੍ਹਾਂ ਦੀਆਂ ਮੈਂ ਗੁਲਸ਼ਨ ਕੁਮਾਰ ਦੀ ਗੱਲ ਕੀਤੀ, ਅੰਡਰਵਰਲਡ ਨੂੰ ਇਨਵੋਲਵ ਕਰਕੇ ਗੋਲੀਆਂ ਨਾਲ ਪੁਣ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਮਾਰਤਾ, ਕਿਉਂਕਿ ਨਦੀਮ ਔਰ ਸ਼ਰਵਣ ਜਿਹੜੇ ਮਿਊਜ਼ਿਕ ਡਾਇਰੈਕਟਰ ਸੀ ਉਹਨਾਂ ਨਾਲ ਉਹਦਾ ਰਾਇਲਟੀ ਰਹਿ ਕੇ ਪੱਕਾ ਹੋਇਆ ਸੀ। ਇਸੇ ਤਰ੍ਹਾਂ ਸੁਪਰ ਕੈਸਟਸ ਵਾਲਿਆਂ 'ਤੇ ਕੇਸ ਚੱਲਿਆ ਕਿ ਉਹਨਾਂ ਨੇ ਇਹਦੀ ਕੋਈ ਸੁਪਾਰੀ ਦਿੱਤੀ ਹੋਣੀ ਆ ਮਾਰਨ ਦੀ। ਤਾਂ ਇਸ ਤਰ੍ਹਾਂ ਕਰਕੇ ਮੈਨੂੰ ਇਹ ਲੱਗਦਾ ਬੇਸਿਕਲੀ, ਜਿੰਨਾ ਕਿ ਮੈਂ ਕੇਸ ਸਟੱਡੀ ਕੀਤਾ, ਕਿ ਸਿੱਧੂ ਮੂਸੇਵਾਲਾ ਦਾ ਕੇਸ ਜਿਹੜਾ ਉਹ ਮਿਊਜ਼ਿਕ ਮਾਫੀਆ ਦਾ ਕੇਸ ਹੈ।
ਜੀ ਮਿਊਜ਼ਿਕ ਮਾਫੀਆ ਨੇ ਇਸ ਬੰਦੇ ਨੂੰ ਮਰਵਾਇਆ। ਔਰ ਇਹ ਜਿਹੜੇ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ, ਇਹ ਜਿਹੜੇ ਨੇ ਇਹ ਹਾਇਰਡ ਕਿਲਰਸ ਨੇ, ਇਹ ਕੰਟਰੈਕਟ ਕਿਲਰਸ ਨੇ। ਇਹਨਾਂ ਨੂੰ ਪੈਸਾ ਦਿਓ ਜੋ ਮਰਜ਼ੀ ਕਰਵਾ ਲਓ। ਬਿਲਕੁਲ। ਅਤੇ ਇਹ ਤੋਂ ਪਹਿਲਾਂ ਉਹਨਾਂ ਨੇ ਕਿੰਨੇ ਕੁ ਬੰਦੇ ਮਾਰੇ ਆ ਦੱਸੋ ਮੈਨੂੰ? ਗੋਲਡੀ ਬਰਾੜ ਨੇ ਕਿਹੜੇ ਬੰਦੇ ਮਾਰੇ ਆ? ਕਿੱਥੋਂ ਦਾ ਬਦਮਾਸ਼ ਹੈ, ਕਿੱਥੋਂ ਦਾ ਗੈਂਗਸਟਰ ਹੈ। ਸਟੂਡੈਂਟ ਲਾਈਫ ਪਲੀਟਰੀ ਕਰਦੇ ਕਰਦੇ ਉਹਦਾ ਕਜ਼ਨ ਜਿਹੜਾ ਗੁਰਲਾਲ ਬਰਾੜ ਹੈ, ਜਿਹਦਾ ਨਾਂ ਲੈਂਦਾ, ਉਹ ਵੀ ਸਟੂਡੈਂਟ ਲੀਡਰ ਸੀ। ਮੇਰੇ ਕੋਲ ਤਸਵੀਰਾਂ ਪਈਆਂ ਉਹਨਾਂ ਦੀਆਂ, ਇੱਕ ਬੰਦੇ ਦੇ ਘਰੇ ਪਾਰਟੀ ਦੀਆਂ, ਜਿਹੜਾ ਉਹ ਇਹਨਾਂ ਦਾ ਦੋਸਤ ਹੁੰਦਾ ਸੀ ਬਹੁਤ, ਮੁਲਤਾਨੀ, ਜਿਹੜਾ ਅਮਰੀਕਾ 'ਚ ਡਰੱਗ ਕੇਸ 'ਚ ਬੰਦ ਹੋਇਆ ਸੀ। ਹੁਣ ਕੋਈ 1.5 ਲੱਖ ਪਾਉਂਡ ਦੀ ਡਾਲਰ ਦੀ ਜ਼ਮਾਨਤ 'ਤੇ ਬਾਹਰ ਹੈ, ਲੇਕਿਨ ਕੇਸ ਚੱਲ ਰਿਹਾ। ਅਤੇ ਇਹ ਲੋਕ ਸਾਰੇ ਉਹ ਨੇ, ਅੱਧੇ ਇਹਨਾਂ ਦੇ ਗੈਂਗ ਦੇ ਬੰਦੇ ਡਰੱਗ ਦਾ ਕੰਮ ਕਰਦੇ ਆ, ਅੱਧੇ ਕ੍ਰਾਈਮ 'ਚ ਆ ਗਏ, ਔਰ ਆਪ ਨਹੀਂ ਕਰਦੇ ਕੁਛ। ਇਹ ਲੋਕਾਂ ਨੂੰ ਖਰੀਦਦੇ ਆ ਕੇ, ਪੈਸੇ ਦੇ ਕੇ ਕੰਮ ਕਰਾਉਂਦੇ ਆ। ਹੁਣ ਜਿਹੜੇ ਵਿਚਾਰੇ 2 ਮਰੇ, ਐਨਕਾਊਂਟਰ ਹੋਇਆ ਉਹ ਤਰਨ ਤਾਰਨ ਕੋਲੇ, ਰੂਪਾ ਅਤੇ ਮਾਨਾ, ਉਹ ਕਿੰਨੇ ਕੁ ਵੱਡੇ ਬਦਮਾਸ਼ ਸੀ ਵਿਚਾਰੇ, ਕਿੰਨੇ ਕੁ ਅਮੀਰ ਆਦਮੀ ਸੀ। ਉਹ ਦੋਨੇ ਡਰੱਗ ਐਡਿਕਟ। ਦੋਨਾਂ ਦੇ ਮਾਂ ਪਿਓ ਦੀਆਂ ਇੰਟਰਵਿਊ ਮੈਂ ਸੁਣੀਆਂ। ਉਹ ਮਾਂ ਇੱਕ ਤਾਂ ਵਿਚਾਰੀ ਬੜੀ ਖੁਸ਼ ਸੀਗੀ, ਰੂਪੇ ਦੀ ਮਾਂ, ਕਹਿੰਦੀ ਮੈਨੂੰ ਕੋਈ ਅਫਸੋਸ ਨਹੀਂ, ਮੈਨੂੰ ਬਹੁਤ ਕੁੱਟਦਾ ਸੀ ਮੇਰਾ ਮੁੰਡਾ, ਮੇਰੇ ਗਹਿਣੇ ਵੇਚਤੇ ਉਹਨੇ, ਕਹਿੰਦੀ ਮੇਰਾ ਸਾਰਾ ਘਰ ਦੇ ਭਾਂਡਾ ਠੀਂਦਾ ਵੇਚਤਾ ਉਹਦੇ ਡਰੱਗ ਦੇ ਚੱਕਰ 'ਚ, ਚੰਗਾ ਹੋਇਆ ਕਹਿੰਦੀ ਮਰਿਆ। ਹੁਣ ਉਹਦੇ ਡਰੱਗ ਐਡਿਕਟ ਕਿਸਮ ਦੇ ਲੋਕਾਂ ਨੂੰ ਤੁਸੀਂ 2 ਤੋਲੇ ਡਰੱਗ ਦੇ ਕੇ ਉਹਨਾਂ ਤੋਂ ਮਰਡਰ ਕਰਵਾ ਲੈਂਦੇ ਹੋ। ਫਿਰ ਜਦੋਂ ਬੰਦਾ ਇੱਕ ਮਰਡਰ ਕਰਦਾ, ਕੋਈ ਭੱਜਿਆ ਫਿਰਦਾ, ਇੱਕ ਜਗ੍ਹਾ 'ਤੇ ਨਹੀਂ ਰਹਿ ਸਕਦਾ। ਉਹ ਅੱਜ ਇੱਥੇ ਰਹੂਗਾ, ਕੱਲ੍ਹ ਕਿਤੇ ਰਹੂਗਾ। ਉਹ ਘਰੋਂ ਤਾਂ ਪਹਿਲਾਂ ਕੱਢਿਆ ਹੁੰਦਾ ਅਤੇ ਬਾਹਰ ਕਿਤੇ ਹੋਰ ਰਹਿਣਾ ਉਹਦੇ ਲਈ ਔਖਾ ਹੋ ਜਾਣਾ, ਕੋਈ ਪੁਲਿਸ ਪਿੱਛੇ ਲੱਗੀ ਹੁੰਦੀ ਹੈ। ਤਾਂ ਉਹ ਇਹ ਬੰਦਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਨੇ। ਇਹ ਕੋਈ ਬਦਮਾਸ਼ੀ ਨਹੀਂ ਹੈ। ਜਾਂ ਤਾਂ ਤੁਸੀਂ ਅੰਡਰਵਰਲਡ ਨੂੰ ਅੰਡਰਵਰਲਡ ਦੇ ਤਰੀਕੇ ਨਾਲ ਚਲਾਓ, ਜਿੱਥੇ ਲੱਖਾਂ ਰੁਪਏ ਦਿੱਤੇ ਜਾਂਦੇ ਆ ਕੰਟਰੈਕਟ ਕਿਲਰਸ ਨੂੰ। ਉਹ ਆਪਣਾ ਕੰਮ ਕਰਦੇ ਆ, ਕੰਮ ਕਰਕੇ ਚਲੇ ਜਾਂਦੇ ਆ। ਉੱਥੇ ਭੀੜ ਇਕੱਠੀ ਕਰਨ ਦੀ ਲੋੜ ਨਹੀਂ ਹੁੰਦੀ, 10-10 ਸ਼ਾਰਪ ਸ਼ੂਟਰ ਮੰਗਵਾਉਣ ਦੀ ਲੋੜ ਨਹੀਂ ਹੁੰਦੀ। ਬੰਬੇ 'ਚ ਅਸੀਂ ਸੈਂਕੜੇ ਕੇਸ ਇਹੋ ਜਿਹੇ ਦੇਖੇ ਆ, ਜਿੱਥੇ ਸਵਾਰੀ ਕਿਲਰ ਜਿਹੜੇ ਆ ਉਹ 2 ਬੰਦੇ ਮੋਟਰਸਾਈਕਲ ਲੈ ਕੇ ਜਾਂਦੇ ਆ, 3, 4, 5, 6 ਜਿੰਨੇ ਕੁ ਬੰਦਿਆਂ ਨੂੰ ਮਾਰਨਾ ਉਹ ਜਿਹੇ ਹਥਿਆਰ ਜਾਂਦੇ ਆ, ਉਹ ਠਾ ਕਰਕੇ ਮਾਰ ਕੇ ਚਲੇ ਜਾਂਦੇ। ਕੋਈ ਸਾਲ ਸੜਕਾਂ 'ਤੇ ਰੈਕੀ ਕਰਦੇ ਰਹੇ। ਮੈਨੂੰ ਹਾਦਸਾ ਆਉਂਦਾ ਦੇਖ ਕੇ, ਜੇ ਇੱਕ ਬੰਦੇ ਨੂੰ ਮਾਰਨ ਲਈ 1 ਸਾਲ ਤੁਸੀਂ ਰੈਕੀ ਕਰਨੀ ਆ, ਅਤੇ ਤੁਹਾਡਾ ਐਕੂਮੈਨ ਕੀ ਹੋਇਆ ਫਿਰ? ਤੁਹਾਡੀ ਮਤਲਬ ਕ੍ਰਾਈਮ ਕਰਨ ਦੀ ਤੁਹਾਡੀ ਐਕਸਪਰਟੀਜ਼ ਕੀ ਹੈ ਫਿਰ ਤੁਹਾਡੀ? ਖੈਰ ਉਹ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ। ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੁਸ਼ਮਣੀ ਕਰਕੇ ਸਿੱਧੂ ਨੂੰ ਮਾਰਿਆ ਗਿਆ। ਇਹਦੇ ਪਿੱਛੇ ਬੜਾ ਪਾਵਰਫੁਲ ਮਿਊਜ਼ਿਕ ਮਾਫੀਆ ਔਰ ਕਿਸੇ ਤਰੀਕੇ ਨਾਲ ਕੋਈ ਪੋਲੀਟੀਕਲ ਮਾਫੀਆ ਵੀ ਹੋ ਸਕਦਾ ਜਿਨ੍ਹਾਂ ਦੀ ਮਦਦ ਸਹੀ ਹੋਈ। ਪੋਲੀਟੀਕਲ ਮਾਫੀਆ ਦੀ ਗੱਲ ਕੀਤੀ, ਲੋਕੀ ਵੀ ਕਈ ਇਲਜ਼ਾਮ ਲਗਾ ਰਹੇ ਨੇ ਕਿ ਅਮਿਤ ਸ਼ਾਹ ਤੱਕ ਤਾਰ ਜੁੜੇ ਹੋਏ ਨੇ ਇਸ ਕੇਸ ਦੇ, ਕਿਉਂਕਿ ਉਹ ਭਿੰਡਰਾਂ ਵਾਲੇ ਨੂੰ ਕਾਫੀ ਸਪੋਰਟ ਕਰਦਾ ਸੀਗਾ, ਸਿੱਧੂ ਮੂਸੇਵਾਲਾ, ਕੁਛ ਇੱਦਾਂ ਦੇ। ਉਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆ। ਕੋਈ ਸੈਂਟਰ ਦੇ ਹੋਮ ਮਿਨਿਸਟਰ ਲਈ ਕੋਈ ਸਿੱਧੂ ਮੂਸੇਵਾਲਾ ਬਹੁਤ ਵੱਡਾ ਆਦਮੀ ਨਹੀਂ ਸੀ। ਨਾਲੇ ਉਹਨਾਂ ਨੂੰ ਏਜੰਸੀਆਂ ਨੂੰ ਟੈਕਲ ਕਰਨਾ ਹੁੰਦਾ। ਹੁਣ ਸਿਮਰਜੀਤ ਸਿੰਘ ਮਾਨ ਵੀ ਖਾਲਿਸਤਾਨ ਦਾ ਝੰਡਾ ਚੱਕੀ ਫਿਰਦਾ, ਇੱਕੋ ਗੁਰਪ੍ਰਤਮਾਨ ਸਿੰਘ ਪੰਨੂ ਅਮਰੀਕਾ 'ਚ ਬੈਠਾ ਝੰਡਾ ਚੱਕੀ ਫਿਰਦਾ। ਪੰਜਾਬ 'ਚ ਹੋਰ ਬੜੇ ਲੋਕ ਹੈ, ਕਿੰਨੇ ਕੁ ਲੋਕਾਂ ਨੂੰ ਮਾਰਤਾ ਪੁਲਿਸ ਵਾਲਿਆਂ ਨੇ। ਇਹਦਾ ਮਤਲਬ ਕਿਸੇ ਤੋਂ ਖਤਰਾ ਹੀ ਨਹੀਂ ਸੀ ਏਜੰਸੀਆਂ ਨੂੰ, ਸਿਰਫ ਮੂਸੇਵਾਲੇ ਨੂੰ ਖਤਰਾ ਸੀ। ਇਹ ਗੱਲਾਂ ਕੋਈ ਮਤਲਬ ਨਹੀਂ। ਔਰ ਜਿਹੜੇ ਲੋਕ ਅਟਕਲਬਾਜ਼ੀਆਂ ਲਾਉਂਦੇ ਰਹਿੰਦੇ ਜੀ, ਉਹਨੇ ਪਹਿਲਾਂ ਹੀ ਦੱਸਤਾ ਸੀ ਮੈਂ ਅੱਜ ਮਰ ਜਾਣਾ, ਉਹਨੇ ਫਲਾਣੇ ਗਾਣੇ 'ਚ ਕਹਿਤਾ ਸੀ ਮਰ ਜਾਣਾ। ਉਹਦੇ ਪਿਓ ਨਾਲ ਮੈਂ ਬਿਆਨ ਸੁਣਿਆ ਇੰਟਰਵਿਊ ਸਿੱਧੂ ਦੇ ਡੈਡੀ ਦਾ। ਉਹ ਕਹਿੰਦੇ ਗਾਣਾ ਤਾਂ ਉਹਨੇ 7-8 ਮਹੀਨੇ ਪਹਿਲਾਂ ਲਿਖਿਆ ਹੋਇਆ ਸੀ, ਮਤਲਬ ਉਹ ਹੁਣ ਰਿਲੀਜ਼ ਹੋਣ ਕੀਤਾ। ਉਹ ਕਹਿੰਦੇ ਬੜੇ ਗਾਣੇ ਉਹਨੇ ਰਿਕਾਰਡ ਕਰਕੇ ਰੱਖੇ ਹੋਏ, ਕੋਈ 150 ਗਾਣੇ। ਉਹਦੇ ਪਿਤਾ ਦਾ ਕਹਿਣਾ ਕਿ ਇਹਨੇ ਪੁਰਾਣੇ ਗੀਤ ਰਿਕਾਰਡ ਕਰਕੇ ਰੱਖੇ ਹੋਏ ਆ, ਔਰ ਇਹ ਬੜੇ ਤਰੀਕੇ ਨਾਲ ਮੌਕਾ ਦੇਖ ਕੇ 1-1, 2-2 ਗਾਣੇ ਜਿਹੜੇ ਉਹ ਰਿਲੀਜ਼ ਕਰਦਾ ਰਹਿੰਦਾ। ਇਸੇ ਤਰ੍ਹਾਂ ਜਿਹੜਾ SY ਵਾਲਾ ਗਾਣਾ ਉਹ ਵੀ ਕਹਿੰਦਾ 7-8 ਮਹੀਨੇ ਪਹਿਲਾਂ ਲਿਖਿਆ ਸੀ, ਹੁਣ ਨਹੀਂ ਸੀ ਲਿਖਿਆ। ਔਰ ਵੈਸੇ ਵੀ ਉਹ ਉਦੋਂ ਮੁੱਦਾ ਭਖਿਆ ਸੀ, ਉਦੋਂ ਬੜਾ ਕੈਪਟਨ ਦੀ ਸਰਕਾਰ ਵੇਲੇ। ਉਹ ਜਦੋਂ ਕੋਈ ਮੁੱਦਾ ਖਬਰਾਂ 'ਚ ਆਉਂਦਾ, ਲੋਕਾਂ ਦੇ ਜ਼ਿਹਨ 'ਚ ਹੁੰਦਾ, ਉਦੋਂ ਰਾਈਟਰ ਜਿਹੜਾ ਹੁੰਦਾ ਲਿਖ ਲੈਂਦਾ। ਫਿਰ ਉਹਨੂੰ ਜਦੋਂ ਕਿਤੇ ਟਾਈਮ ਮਿਲਿਆ ਰਿਕਾਰਡ ਕਰਕੇ ਰੱਖ ਲਿਆ। ਅੱਜ ਕੱਲ੍ਹ ਸਿੰਗਰ ਜਿਹੜੇ ਆ ਉਹ ਐਂ ਨਹੀਂ ਵੀ ਅੱਜ ਗਾਣਾ ਲਿਖਿਆ ਅਤੇ ਰਾਤ ਨੂੰ ਰਿਕਾਰਡ ਕਰ ਲਿਆ। ਉਹ ਕਈ ਛੋਟੀ ਰਸਲਾਂ ਕਰਨੀਆਂ ਪੈਂਦੀਆਂ। ਗਾਣਾ ਸਿੱਧੂ ਜਿਹੜਾ ਸੀ ਉਹ ਐਕਸਟੈਂਪੋਰ ਕਿਸਮ ਦਾ ਰਾਈਟਰ ਸੀਗਾ। ਉਹ ਬਾਕੀ ਮਿਊਜ਼ਿਕ ਵਾਲਿਆਂ ਨੂੰ ਨਹੀਂ ਸੀ ਕਿ ਉਹ ਸਟੂਡੀਓ 'ਚ ਬੈਠ ਗਿਆ 4-4 ਦਿਨ 2-2 ਲਾਈਨਾਂ ਰਿਕਾਰਡ ਹੋ ਰਹੀਆਂ, ਨਹੀਂ ਬਰਾਬਰ ਗਾਏਗਾ ਤਾਂ ਦੁਬਾਰਾ ਕਰ ਲਓ, ਫਿਰ ਦੁਬਾਰਾ ਕਰ ਲਓ, ਜਾਂ ਪਹਿਲਾਂ ਟਿਊਨ ਬਣਾ ਲਈ ਉਹ 'ਚ ਗਾਣੇ ਭਰ ਲਓ। ਬਟ
ਹਿੱਟ ਸੀਗਾ। ਜੀ ਹੀ ਵਾਜ਼ ਐਨ ਆਰਟਿਸਟ, ਪਰਫਾਰਮਰ ਸੀਗਾ। ਉਹਨੂੰ ਲੋਕਾਂ ਦੀ ਸਾਈਕੋਲੋਜੀ ਪਤਾ ਸੀ, ਲੋਕਾਂ ਨਾਲ ਰਾਬਤਾ ਕਾਇਮ ਕਰਦਾ ਸੀ ਔਰ ਲੋਕ ਉਹਨਾਂ ਗੱਲਾਂ ਨੂੰ ਚੰਗਾ ਸਮਝਦੇ ਸੀ, ਇੰਜੋਏ ਕਰਦੇ ਸੀ। ਜੀ ਤਾਂ ਉਸ ਬੰਦੇ ਨੇ ਫਿਰ ਨਿਗਾਹ 'ਚ ਵੀ ਆ ਜਾਂਦਾ ਬੰਦਾ। 10 ਏਕੜ ਤੋਂ 100 ਏਕੜ ਜ਼ਮੀਨ ਹੋ ਗਈ, ਕੈਨੇਡਾ 'ਚ ਘਰ ਬਣਾ ਲਿਆ, ਬ੍ਰਾਂਪਟਨ 'ਚ 7-8-9 ਕਰੋੜ ਦਾ ਜੀ। ਘਰ ਹੈ ਉੱਥੇ। 2019 'ਚ ਈਡੀ ਨੇ ਜਦੋਂ ਇਨਕੁਆਇਰੀ ਸ਼ੁਰੂ ਕੀਤੀ ਸੀ ਇਹਦੀ, ਉਹਦੇ 'ਚ 50-52 ਕਰੋੜ ਦੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਸੀ ਈਡੀ ਨੇ। ਮੇਰੇ ਬੜੇ ਸੀਨੀਅਰ ਆਫਿਸਰ ਨਾਲ ਗੱਲਬਾਤ ਹੋਈ, ਓਕੇ ਲੇਕਿਨ ਉਦੋਂ ਪੋਲੀਟੀਕਲ ਕਲਾਊਡ ਹੋਰ ਤਰ੍ਹਾਂ ਦਾ ਸੀ। ਉਹ ਅਫਸਰ ਤੋਂ ਇਨਕੁਆਇਰੀ ਲੈ ਕਿਸੇ ਹੋਰ ਨੂੰ ਦੇ ਦਿੱਤੀ ਗਈ। ਉਦੋਂ ਬਾਅਦ ਅਗਲੇ ਸਾਲ 'ਚ ਅਫਸਰ ਰਿਟਾਇਰ ਹੋ ਗਿਆ, ਉਹ ਕੇਸ ਖਤਮ ਹੋ ਗਿਆ। ਜੀ ਤਾਂ ਖੈਰ ਉਹ ਚੱਲਦਾ, ਹਰ ਬੰਦੇ ਨੇ ਪੈਸਾ ਕਮਾਇਆ, ਪ੍ਰਾਪਰਟੀ ਬਣਾਊਗਾ। ਨਾਲੇ ਇਕੱਲਾ ਸੀਗਾ, ਉਹਨੂੰ ਕਿਸੇ ਨੂੰ ਦੇਣਾ ਵੀ ਕਿਹਨੂੰ ਸੀ। ਸੋ ਇਹ ਸੀ, ਕੋਈ ਜੈਲਸੀ ਵੀ ਹੁੰਦੀ ਹੈ, ਕੋਈ ਨਿਗਾਹ 'ਚ ਵੀ ਆ ਜਾਂਦਾ। ਮੈਨੂੰ ਇਹ ਲੱਗਦਾ ਇਹਨਾਂ ਨੂੰ ਬਹੁਤ ਵੱਡੀ ਚੌੜੀ ਰਕਮ ਮੰਗੀ ਹੋਣੀ ਆ ਉਦੋਂ, ਕੋਈ 25-30 ਕਰੋੜ ਰੁਪਈਆ ਮੰਗਿਆ ਹੋਣਾ, ਜਾਂ 15-20 ਮੰਗਿਆ ਹੋਊਗਾ। ਉਹਦੀ ਚਲਦੀ ਦੇ ਵਿੱਚ ਲੋਕ ਵਿੱਚ ਵਿਚਾਲੇ ਪਏ ਰਹੇ। ਉਹਨੇ ਕਿਹਾ ਹੋਣਾ ਮੈਂ ਤੈਨੂੰ ਕਿਉਂ ਦੇਵਾਂ, ਕੋਈ ਕਰੋੜ 2 ਕਰੋੜ ਚਾਹੀਦਾ, ਚਲੋ ਉਹ ਗੱਲ ਵੱਖਰੀ ਹੈ, ਪਰ ਮੈਂ ਤੁਹਾਡੇ ਤੋਂ ਡਰ ਕੇ ਨਹੀਂ ਦੇਣੇ। ਉਹ ਇੱਕ ਡਿਸਪਿਊਟ ਵੱਡੇ ਪੈਸੇ ਦਾ ਹੋ ਸਕਦਾ ਕਿ ਜਿਵੇਂ ਬਾਕੀ ਗੋਲਡੀ ਬਰਾੜ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਵੀ ਅਸੀਂ ਜਿਹੜੇ ਲੋਕਾਂ ਨੇ ਕਰੋੜਾਂ ਰੁਪਈਆ ਬਲੈਕ ਦਾ ਬੈਂਕਾਂ 'ਚ ਰੱਖਿਆ ਹੋਇਆ, ਪਰ ਉਹਦਾ ਬਲੈਕ ਦਾ ਪੈਸਾ ਬੈਂਕ 'ਚ ਹੁੰਦਾ ਹੀ ਨਹੀਂ, ਤਜੋਰੀਆਂ ਭਰ ਕੇ ਰੱਖੀਆਂ ਹੋਈਆਂ, ਅਸੀਂ ਉਹਨਾਂ ਤੋਂ ਫਰੌਤੀ ਲੈਂਦੇ, ਉਹਨਾਂ ਤੋਂ ਰੰਗਦਾਰੀ ਲੈਂਦੇ ਅਤੇ ਅਮੀਰਾਂ ਨੂੰ ਲੁੱਟਦੇ ਹਾਂ। ਅਤੇ ਉਹਨਾਂ ਅਮੀਰਾਂ 'ਚ ਤਾਂ ਸਿੱਧੂ ਮੂਸੇਵਾਲਾ ਵੀ ਆ ਜਾਂਦਾ, ਫਿਰ ਇਹਨੂੰ ਲੁੱਟਣ ਦੀ ਸਲਾਹ ਹੋਣੀ ਉਹਨਾਂ ਦੀ। ਸੋ ਇਹੋ ਜਿਹੀਆਂ ਗੱਲਾਂ ਨੇ। ਸਰ ਕੀ ਕਾਨੂੰਨ ਆ ਕਿ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਜਾਵੇ ਅਤੇ ਉਸ ਦੇ ਨਾਲ ਜੋ ਕਾਰਵਾਈ ਕੀਤੀ ਜਾਵੇ ਤਾਂ ਇੰਡੀਆ ਵਿੱਚ ਕੀਤੀ ਜਾਵੇ, ਕਿਉਂਕਿ ਹੁਣ ਜੋ ਇੱਕ ਲਾਸਟ ਜਿਹੜਾ ਰਹਿ ਗਿਆ ਉਹ ਗੋਲਡੀ ਬਰਾੜ ਹੀ ਰਹਿ ਗਿਆ ਪੁਲਿਸ ਦੇ ਅੜਿੱਕੇ ਹੋਣ ਤੋਂ। ਇਹਨਾਂ ਦਾ ਕੋਈ ਪਤਾ ਨਹੀਂ। ਜਦੋਂ ਇਨੀਸ਼ੀਅਲੀ ਪੰਜਾਬ ਪੁਲਿਸ ਕਹਿੰਦੀ ਕਿ 4 ਬੰਦੇ ਸੀ ਮਾਰਨ ਵਾਲੇ, ਫਿਰ 6 'ਤੇ ਆ ਗਏ, ਫਿਰ 8 'ਤੇ ਆ ਗਏ। ਹੁਣ ਅੱਜ ਕਿਸੇ ਨੇ, ਮੈਂ ਦੁਪਹਿਰ ਦਾ ਕੋਸ਼ਿਸ਼ ਕਰ ਰਿਹਾ ਕਿਤੋਂ ਕਨਫਰਮ ਕਰਨ ਦੀ, ਕਿ 10 ਬੰਦੇ ਸੀਗੇ ਮਾਰਨ ਵਾਲੇ। ਅਗਰ ਤੁਸੀਂ ਪੰਜਾਬ ਪੁਲਿਸ ਦੀਆਂ ਸਟੇਟਮੈਂਟਾਂ ਪੜ੍ਹੋ, ਮੇਰੇ ਕੋਲ ਬਹੁਤ ਸਾਰੀਆਂ ਨਿਊਜ਼ਪੇਪਰ ਦੀਆਂ ਕਟਿੰਗ ਮੈਂ ਸਾਂਭ ਕੇ ਰੱਖੀਆਂ ਹੋਈਆਂ। ਅੱਜ ਇੰਨੇ ਬੰਦੇ ਫੜੇ ਗਏ, ਮੂਸੇਵਾਲੇ ਦੇ ਕੇਸ 'ਚ ਇੰਨੇ ਫੜੇ ਗਏ, ਉਹ ਕੋਈ 26 ਬੰਦੇ ਹੋ ਜਾਂਦੇ ਅੱਜ ਤੱਕ ਜਿਹੜੇ ਆਲਰੇਡੀ ਪੁਲਿਸ ਨੇ ਅਰੈਸਟ ਕੀਤੇ ਹੋਏ। ਮਤਲਬ ਪੰਜਾਬ ਪੁਲਿਸ, ਦਿੱਲੀ ਪੁਲਿਸ, ਹਰਿਆਣਾ ਪੁਲਿਸ, ਜਿਨ੍ਹਾਂ ਨੇ ਵੀ 26 ਬੰਦੇ ਹੁਣ ਤੱਕ ਕਸਟਡੀ 'ਚ ਰਹੇ, ਜਿਹਦੇ 'ਚ ਉਹ ਬੰਦੇ ਨੇ ਜਿਨ੍ਹਾਂ ਦੇ ਘਰੇ ਕਿਤੇ ਜਾ ਕੇ ਹਰਿਆਣੇ 'ਚ ਰੋਕੇ ਸੀਗੇ, ਹਿਸਾਰ ਕੋਲੇ, ਫਤਿਆਬਾਦ ਕੋਲੇ, ਉਹ ਬੰਦੇ ਜਿਨ੍ਹਾਂ ਨੇ ਗੱਡੀਆਂ ਦਿੱਤੀਆਂ ਸੀ, ਸਤਨਾਮ ਸਿੰਘ ਅਤੇ ਸਤਬੀਰ ਸਿੰਘ ਅਤੇ ਉਹ ਇੱਕੋ ਕਾਲੋਂ, ਇਹ ਸਾਰੇ ਲੋਕ ਜਿਨ੍ਹਾਂ ਨੇ ਹਥਿਆਰ ਦਿੱਤੇ, ਗੱਡੀਆਂ 'ਚ ਬਿਠਾਇਆ ਕੀਤਾ। ਇੱਕ ਸਰਾਜ ਸਿੰਘ ਹੈ। ਮਤਲਬ ਇਹੋ ਜਿਹੇ ਬੰਦੇ ਮਿਲੂ ਕੇ 26 ਬੰਦੇ ਆਲਰੇਡੀ ਪੁਲਿਸ ਹਿਰਾਸਤ 'ਚ ਨੇ ਜੀ। ਉਹ ਤੋਂ ਬਾਅਦ 26 ਤੋਂ ਇਲਾਵਾ 6 ਬੰਦੇ ਇਹ ਕਹਿੰਦੇ ਅਸੀਂ ਸ਼ਾਰਪ ਸ਼ੂਟਰ ਫੜ ਲਏ। ਉਸ ਤੋਂ ਇਲਾਵਾ ਉਹਦੇ ਨਾਲ ਹੋਰ ਵੀ 2-4 ਬੰਦੇ ਹੈ। ਲੇਕਿਨ ਮਜ਼ੇ ਦੀ ਗੱਲ ਇਹ ਹੈ ਵੀ ਜਿਹੜੇ ਲੋਕਾਂ ਨੇ ਗੱਡੀਆਂ ਚਲਾਈਆਂ, ਜਿਹੜੇ ਸ਼ੂਟਰ ਹੁੰਦੇ ਉਹ ਗੱਡੀਆਂ ਆਪ ਨਹੀਂ ਚਲਾਉਂਦੇ, ਉਹ ਪਿੱਛੇ ਬੈਠੇ ਹੁੰਦੇ ਜਾਂ ਅੱਗੇ ਬੈਠੇ ਹੁੰਦੇ। ਗੱਡੀ ਚਲਾਉਣ ਵਾਲੇ ਹੋਰ ਹੁੰਦੇ ਆ। ਗੱਡੀ ਚਲਾਉਣ ਵਾਲਾ ਇੱਕ ਬੰਦਾ ਨਹੀਂ ਫੜਿਆ ਗਿਆ ਅਜੇ ਤੱਕ ਇਹਨਾਂ ਤੋਂ। ਜਦ ਤੱਕ ਗੱਡੀ ਚਲਾਉਣ ਵਾਲਾ ਬੰਦਾ ਨਹੀਂ ਲੱਭੂਗਾ, ਤੁਹਾਨੂੰ ਅਸਲੀ ਕਹਾਣੀ ਪਤਾ ਨਹੀਂ ਲੱਗਣੀ ਕਿ ਉਹ ਕਿੱਥੋਂ ਗੱਡੀ ਲੈ ਕੇ ਆਇਆ ਸੀ, ਕਿੱਥੋਂ ਸ਼ੂਟਰ ਮੇਰੀ ਗੱਡੀ 'ਚ ਬੈਠੇ ਸੀ, ਕਿੱਥੇ ਅਸੀਂ ਗਏ ਹਾਂ, ਕਿੱਥੇ ਰੁਕੇ, ਕਿੱਥੇ ਰਾਤ ਰਹੇ ਸੀ। ਇਹ ਸਾਰੀ ਅਸਲੀ ਜਾਣਕਾਰੀ ਉਹ ਡਰਾਈਵਰਾਂ ਕੋਲ ਹੁੰਦੀ ਹੈ। ਜਦ ਤੱਕ ਉਹ ਸਭ ਤੋਂ ਵਾਈਟਲ ਗਵਾਹ ਜਿਹੜਾ ਹੁੰਦਾ ਉਹ ਟਰਾਂਸਪੋਰਟਰ ਹੁੰਦਾ, ਜਿਹੜਾ ਤੁਹਾਨੂੰ ਟਰਾਂਸਪੋਰਟ ਕਰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ। ਜਦੋਂ ਇਹ ਬੰਦੇ 'ਚ ਮਰਜ਼ੀ ਕਹੀ ਜਾਣ, ਹੁਣ ਝੂਠ ਬੋਲੀ ਜਾਣ ਕਿ ਅਸੀਂ ਤਾਂ ਜੀ 4 ਘੰਟੇ ਪਹਿਲਾਂ ਗਏ ਸੀ, ਅਸੀਂ 6 ਘੰਟੇ ਪਹਿਲਾਂ ਗਏ ਸੀ, ਅਸੀਂ ਉੱਥੇ ਰੁਕੇ। ਜਦੋਂ ਬੰਦਿਆਂ ਕੋਲ ਹਥਿਆਰ ਹੁੰਦੇ ਆ, ਡੈਡਲੀ ਵੈਪਨ ਹੁੰਦੀਆਂ, ਇੱਕ ਕੰਮ ਕਰਨਾ ਹੁੰਦਾ, ਪਿੱਛੇ ਪੁਲਿਸ ਦਾ ਡਰ ਹੁੰਦਾ, ਅੱਗੇ ਰਹਿਣ ਦਾ ਠਿਕਾਣਾ ਲੱਭਣਾ, ਇਹ ਸਾਰੇ ਕੰਮ ਸ਼ੂਟਰ ਆਪ ਨਹੀਂ ਕਰ ਸਕਦੇ। ਉਹਨਾਂ ਨੂੰ ਤਾਂ ਇਮੀਡੀਏਟਲੀ ਜਿਹੜੇ ਔਰਗੇਨਾਈਜ਼ ਕ੍ਰਾਈਮ ਵਾਲੇ ਆ, ਉਹ ਕੰਮ ਕਰਾ ਕੇ ਗੱਡੀ 'ਚ ਬਿਠਾਉਂਦੇ ਆ, ਇੱਕ ਸੇਫ ਜਗ੍ਹਾ 'ਤੇ ਛੱਡ ਦਿੰਦੇ, ਹਥਿਆਰ ਲੈ ਲੈਂਦੇ। ਆਪਣਾ ਹਥਿਆਰ ਕੋਈ ਕਿਸੇ ਨੂੰ ਨਹੀਂ ਦਿੰਦਾ। ਹਾਦਸੇ ਤੋਂ ਪਹਿਲਾਂ ਹਥਿਆਰ ਦਿੱਤੇ ਜਾਂਦੇ, ਇਹਨਾਂ ਨੂੰ ਕੰਮ ਕਰਾ ਕੇ ਹਥਿਆਰ ਵਾਪਸ ਲੈ ਲਏ ਜਾਂਦੇ, ਦੂਜੇ ਹਥਿਆਰ ਦੇ ਦਿੱਤੇ ਜਾਂਦੇ ਸਸਤੇ ਪੁਰਾਣੇ, ਤਾਂ ਕਿ ਮਾੜੀ ਮੋਟੀ ਆਪਣੀ ਰਖਵਾਲੀ ਵੀ ਕਰ ਸਕਣ ਅਤੇ ਅੱਗੇ ਉਹਨਾਂ ਦਾ ਜਾਨ ਵੀ ਬਚੀ ਰਹੇ। ਜੇ ਫੜੇ ਜਾਣ ਤਾਂ ਮਹਿੰਗਾ ਹਥਿਆਰ ਨਾ ਫੜਿਆ ਜਾਵੇ, ਸਸਤਾ ਫੜਿਆ ਜਾਵੇ। ਉਹਦੇ ਕਈ ਕਾਰਨ ਹੁੰਦੇ ਆ, ਲੀਗਲੀ ਵੀ ਕੱਲ੍ਹ ਨੂੰ ਕੋਰਟ 'ਚ ਅਸੀਂ ਬਚ ਜਾਵਾਂਗੇ ਕਹਿ ਕੇ ਹਥਿਆਰ ਤਾਂ ਗੋਲੀ ਚੱਲੀ ਨਹੀਂ। ਸੋ ਜਦੋਂ ਤੱਕ ਤੁਸੀਂ ਉਹ ਡਰਾਈਵਰ, ਤੁਹਾਨੂੰ ਢੋਣ ਵਾਲੇ ਬੰਦੇ ਨਹੀਂ ਫੜਦੇ, ਉਦੋਂ ਤੱਕ ਤੁਸੀਂ ਇਸ ਕੇਸ ਦੀ ਤਹਿ ਤੱਕ ਨਹੀਂ ਜਾ ਸਕਦੇ।
ਫਿਰ ਗੋਲਡੀ ਬਰਾੜ ਕੈਨੇਡਾ 'ਚ ਬੈਠਾ, ਉਹਨੇ ਕਿਸੇ ਬੰਦੇ ਨੂੰ ਫੋਨ ਕਰਕੇ ਕਿਹਾ ਹੋਣਾ ਇਹਨਾਂ ਨੂੰ ਗੱਡੀਆਂ ਦੇ ਦੇ। ਹੁਣ ਇਹ ਥੋੜ੍ਹੀ ਕਿਹਾ ਹੋਣਾ ਕਿ ਮੈਂ ਸਰੂਪ ਸਿੰਘ ਨੂੰ ਗੱਡੀ ਦੇਈ ਅਤੇ ਨਾਇਬ ਸਿੰਘ ਨੂੰ ਕਹੀ ਉਹ ਗੱਡੀ ਨੂੰ ਸਾਫ਼ ਕਰੂਗਾ। ਇਹ ਇਹੋ ਜਿਹੀਆਂ ਗੱਲਾਂ ਉਹ ਕੈਨੇਡਾ 'ਚ ਬੈਠਾ ਨਹੀਂ ਕਰ ਸਕਦਾ। ਇਹ ਤੋਂ ਬੈਠੇ ਲੋਕਾਂ ਨੇ ਕੀਤੀ। ਉਹਨੇ ਕਹਿੰਦੇ ਫੈਸਿਲੀਟੇਟਰ, ਅੰਗਰੇਜ਼ੀ ਦਾ ਅੱਖਰ ਫੈਸਿਲੀਟੇਟਰ, ਜਿਨ੍ਹਾਂ ਨੇ ਫੈਸਿਲਿਟਾਈਜ਼ ਕੀਤਾ ਸਾਰਾ। ਜਦ ਤੱਕ ਉਹ ਬੰਦੇ ਨਹੀਂ ਫੜੇ ਜਾਂਦੇ, ਤੁਹਾਡਾ ਹੁਣ 1 ਸਾਲ ਤੋਂ ਪਿੱਛੇ ਲੱਗੇ ਹੋਏ। ਇਹ ਪੁਲਿਸ ਕੋਲੇ ਵੀ ਰਿਕਾਰਡ ਹੈਗਾ ਇਸ ਗੱਲ ਦਾ। ਜਨਵਰੀ ਦੀ ਤਾਂ CCTV ਫੁਟੇਜ ਵੀ ਹੈਗੀ ਆ ਉਸੇ ਵਾਲੇ ਦੇ ਘਰ ਦੀ, ਜਿੱਥੇ ਸ਼ਾਹਰੁਖ ਇਸ ਘਰ ਦੀ ਗਿਆ ਸੀ, ਘਰ ਦੇ ਅੰਦਰ ਤੱਕ ਚਲਿਆ ਗਿਆ ਸੀ ਬੰਦੇ ਲੈ ਕੇ, ਪਰ ਸਿਕਿਉਰਿਟੀ ਬੜੀ ਟਾਈਟ ਸੀ, ਇਸ ਕਰਕੇ ਮੁੜਿਆ। ਦੂਜਾ ਇਹ ਕਹਿਣਾ ਕਿ ਉਹ ਪੋਲੀਟਿਕਸ 'ਚ ਲੈ ਗਿਆ ਸੀ, ਉਹਨੇ MLA ਬਣ ਜਾਣਾ ਸੀ ਅਤੇ ਉਹਨੂੰ ਕਿਸੇ ਪੋਲੀਟੀਸ਼ੀਅਨ ਜਿਹੜੇ ਕਾਂਗਰਸ ਸੀ ਉਹਨਾਂ ਦਾ ਨਾਂ ਆਉਂਦਾ, ਉਹਨਾਂ ਨੇ ਮਰਵਾਇਆ ਹੋਣਾ। ਲੇਕਿਨ ਉਹਦੇ ਪਿਓ ਨੇ ਕਹਿ ਤਾ ਕਿ ਉਹ ਜਿਹੜਾ ਪੋਲੀਟੀਸ਼ੀਅਨ ਕਾਂਗਰਸ ਦਾ ਪ੍ਰਧਾਨ ਹੈ, ਉਹਨੇ ਤੁਹਾਨੂੰ ਮਨਾ ਕੀਤੇ ਸਿਲੈਕਸ਼ਨ ਨਾਲ ਲੜ, ਇਹਨੇ ਜਿੱਦ ਕਰਕੇ ਟਿਕਟ ਲਈ ਹੈ। ਅਤੇ ਦੂਸਰਾ, ਇਲੈਕਸ਼ਨ ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਹੁੰ ਖਾਧੀ ਸੀ ਕਿ ਮੈਂ ਅੱਜ ਤੋਂ ਬਾਅਦ ਪੋਲੀਟਿਕਸ 'ਚ ਨਹੀਂ ਜਾਊਂਗਾ, ਰਾਜਨੀਤੀ ਛੱਡੀ ਮੈਂ ਆਪਣੇ ਕੰਮ 'ਤੇ ਲਾਊਂਗਾ ਧਿਆਨ। ਇਹ ਉਹਦੇ ਬਾਪ ਨੇ ਕਿਹਾ। ਅਤੇ ਜੇ ਉਹਨੇ ਸਹੁੰ ਖਾ ਲਈ ਸੀ ਪੋਲੀਟਿਕਸ ਨਹੀਂ ਜਾਣਾ, ਅਤੇ ਮੈਨੂੰ ਲੱਗਦਾ ਜਿਹਨੇ ਸਹੁੰ ਖਾਧੀ ਤੋਂ ਤਾਂ ਪੂਰਾ ਜ਼ਰੂਰ ਉਤਰੂਗਾ। ਉਹਦਾ ਰੱਬ 'ਤੇ ਯਕੀਨ ਬਹੁਤ ਸੀ ਅਤੇ ਉਹ ਬੰਦਾ ਫਿਰ ਨਾ ਮਾਨ ਨਾਲ ਜਾਊਗਾ ਨਾ ਕਿਸੇ ਹੋਰ ਨਾਲ ਜਾਊਗਾ। ਸੋ ਇਹ ਅਟਕਲਬਾਜ਼ੀਆਂ ਨੇ ਕਿ ਉਹਨੇ ਅਗਲੇ ਦਿਨ ਸਿਮਰਨ ਸਿੰਘ ਮਾਨ ਨੂੰ ਜੁਆਇਨ ਕਰ ਲੈਣਾ ਸੀ, ਖਾਲਿਸਤਾਨ ਦੇ ਨਾਅਰੇ ਲਾਉਣੇ ਸੀ, ਉਹਨੇ ਕੋਈ ਲੀਡਰ ਬਣਨਾ ਸੀ, ਉਹਨੇ ਮੋਰਚੇ, ਇਹ ਉਹਨੇ ਨਹੀਂ ਸੀ ਕਰਨਾ। ਇਲੈਕਸ਼ਨ ਹਾਰ ਕੇ ਉਹਦਾ ਦਿਲ ਟੁੱਟ ਚੁੱਕਾ ਸੀ, ਪੋਲੀਟਿਕਸ ਤੋਂ ਉਹਨੂੰ ਨਫ਼ਰਤ ਹੋ ਗਈ ਸੀ, ਇਸ ਕਰਕੇ ਉਹਦਾ ਦੁਬਾਰਾ ਪੋਲੀਟਿਕਸ ਜਾਣ ਦਾ ਕੋਈ ਮਤਲਬ ਨਹੀਂ ਸੀ। ਗੋਲਡੀ ਬਰਾੜ ਵਰਗੇ ਬੰਦੇ ਬਾਹਰ ਬੈਠੇ ਸਪੋਕਸਮੈਨ ਬਣੇ ਹੋਏ ਆ। ਲਾਰੈਂਸ ਬਿਸ਼ਨੋਈ ਦੇ ਬਿਹਾਫ 'ਤੇ ਗੱਲ ਕਰਦਾ। ਲਾਰੈਂਸ ਬਿਸ਼ਨੋਈ ਨੂੰ ਪੁੱਛਿਆ ਕਿਸੇ ਨੇ, ਅੱਜ ਤੱਕ ਪੁਲਿਸ ਦਾ ਕੋਈ ਬਿਆਨ ਨਹੀਂ ਆਇਆ ਕਿ ਲਾਰੈਂਸ ਬਿਸ਼ਨੋਈ ਨੇ ਉਹਨੂੰ ਕੰਮ ਦਿੱਤਾ ਸੀ ਕਿ ਨਹੀਂ ਦਿੱਤਾ ਸੀ। ਅਗਰ ਦਿੱਤਾ ਸੀ ਤਾਂ ਫਿਰ ਜੇਲ੍ਹ ਅਥਾਰਟੀ 'ਤੇ ਐਕਸ਼ਨ ਹੋਣਾ ਚਾਹੀਦਾ। ਜੇ ਉਹ ਜਿਹੇ ਬੰਦੇ ਜੇਲ੍ਹਾਂ 'ਚ ਬੈਠੇ ਮੋਬਾਈਲ ਫੋਨ 'ਤੇ ਗੱਲਾਂ ਕਰਕੇ ਇੰਸਟਰਕਸ਼ਨ ਦਿੰਦੇ ਆ, ਪਲਾਨ ਕਰਦੇ ਆ, ਉਹ ਫਿਰ ਪੁਲਿਸ 'ਤੇ ਕੇਸ ਹੋਣਾ ਚਾਹੀਦਾ। ਸੋ ਸਾਡੇ ਨਾਲ ਜੁੜੇ ਸਨ ਬਲਜੀਤ ਪਰਮਾਰ ਜੀ, ਸੀਨੀਅਰ ਪੱਤਰਕਾਰ ਨੇ, ਜਿਨ੍ਹਾਂ ਦੀਆਂ ਗੱਲਾਂ ਅਗਰ ਤੁਸੀਂ ਇਹਨਾਂ ਨਾਲ ਕਰਦੇ ਜਾਓ ਤਾਂ ਗੱਲਾਂ ਨਾ ਮੁੱਕਣ। ਇੱਦਾਂ ਦੇ ਕਿੱਸੇ ਇਹਨਾਂ ਕੋਲ ਜੁੜੇ ਹੋਏ ਨੇ, ਇਹਨਾਂ ਦੀ ਪਰਸਨਲ ਲਾਈਫ ਨਾਲ। ਸੋ ਤੁਹਾਨੂੰ ਅਗਲੀ ਵਾਰ ਫਿਰ ਮਿਲਾਂਗੇ, ਗੱਲ ਕਰਾਂਗੇ ਬਾਲੀਵੁੱਡ ਦੇ ਉੱਤੇ, ਬਾਲੀਵੁੱਡ ਇੰਡਸਟਰੀ ਦੇ ਉੱਤੇ, ਸੰਜੇ ਦੱਤ ਦੇ ਉੱਤੇ। ਰਾਜੇਸ਼ ਖੰਨਾ ਨਾਲ ਇੱਕ ਦੌਰ ਬੀਤਿਆ, ਉਹਨਾਂ ਬਾਰੇ ਵੀ ਪਰਸਨਲੀ ਇੱਕ ਦੋਸਤ ਰਹੇ ਨੇ। ਕਿੱਦਾਂ ਰਾਜੇਸ਼ ਖੰਨਾ ਹਸਪੀਟਲ ਵਿੱਚ ਆ ਗਏ ਸੀਗੇ ਜਦੋਂ ਬਲਜੀਤ ਜੀ ਦੇ ਉੱਤੇ ਗੋਲੀਆਂ ਚਲਵਾਤੇ ਸੀਗੀਆਂ ਛੋਟਾ ਰਾਜਨ ਨੇ, ਉਸ ਦੇ ਬਾਰੇ ਵੀ ਗੱਲ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ। ਸੋ ਸਾਨੂੰ ਦਿਓ ਇਜਾਜ਼ਤ, ਮੈਨੂੰ ਯਾਨੀ ਮਲਕੀਤ ਸਿੰਘ ਨੂੰ। ਜੁੜੇ ਰਹੋ ਰੁਤਬਾ ਪੰਜਾਬ ਦੇ ਨਾਲ। ਥੈਂਕ ਯੂ।